श्रीमान संत ਗਿਆਨੀ गुरबचन सिंह जी खालसा पिंडरां वाले महापुरुष ਅੱਜ ਤਿੰਨਾਂ ਦਾ ਸਾਲਾਨਾ ਜੋੜ ਮੇਲਾ ਮਨਾਉਣ ਵਾਸਤੇ ਆਪ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਦੰਦਮੀ ਟਕਸਾਲ ਦੇ ਹੈੱਡਕੁਆਟਰ ਵਿਖੇ ਪਹੁੰਚੇ ਹੋ। ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ, ਜਿਨ੍ਹਾਂ ਦੇ ਦਰਸ਼ਨ ਤੇ ਜਿਨ੍ਹਾਂ ਦੀ ਹਾਜ਼ਰੀ ਸਮੇਂ ਅਨੁਸਾਰ ਸੰਗਤ ਵਿੱਚ ਲਵਾਈ ਜਾਵੇਗੀ। आओ सब तो पहला जो सतगुरु जी ने महापुरुषों की याद अंदर भाई साहब भाई गुरमुख सिंह जी की याद अंदर पावन पवित्र श्री मुखवाक बख्शिश किया है, उस मुखवाक की पवित्र विचार गुरबाणी की कथा दमदमी टकसाल के मुखी श्रीमान संत ਗਿਆਨੀ हरनाम सिंह जी खालसा पिंडरां वाले ਆਪ ਸੰਗਤਾਂ ਨੂੰ ਸ਼ਰਵਣ ਕਰਾਉਣਗੇ। ਕਿਉਂਕਿ ਮਹਾਂਪੁਰਸ਼ਾਂ ਦਾ ਇੱਕ ਜੀਵਨ ਦਾ ਨਿਯਮ ਸੀ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਬਹੁਤ ਘੱਟ ਵਚਨ ਕਰਦੇ ਨੇ, ਗੁਰਬਾਣੀ ਦੀ ਕਮਾਈ ਕਰਦੇ ਨੇ। ਆਓ ਉਹਨਾਂ ਦੀ ਯਾਦ ਅੰਦਰ ਬਹਿ ਕੇ ਜਿੱਥੇ ਉਹਨਾਂ ਦਾ ਪਵਿੱਤਰ ਜੀਵਨ ਬਾਬਾ ਜੀ ਸ਼ਰਵਣ ਕਰਾਉਣਗੇ, ਉੱਥੇ ਨਾਲ ਨਾਲ ਪਵਿੱਤਰ ਸ੍ਰੀ ਮੁਖਵਾਕ ਦੀ ਵਿਚਾਰ ਵੀ ਆਪ ਸੰਗਤਾਂ ਸ਼ਰਵਣ ਕਰੋਗੇ। ਇਕਾਗਰਤਾ ਵਾਸਤੇ ਸਾਰੀਆਂ ਸੰਗਤਾਂ ਨੂੰ ਦਾਸ ਬੇਨਤੀ ਕਰੇ, ਨਾਲ ਹੀ ਬੇਨਤੀ ਕਰੇ ਕਿ ਜਿਹੜੇ ਨਿਯਮ ਡਾਕਟਰਾਂ ਨੇ ਦੱਸੇ ਨੇ ਉਹਨਾਂ ਦਾ ਵੀ ਧਿਆਨ ਰੱਖਣਾ ਹੈ ਆਪਾਂ ਸਾਰਿਆਂ ਨੇ। ਆਓ ਇਕਾਗਰਤਾ ਵਾਸਤੇ ਇੱਕ ਜਕਾਰਾ ਦਾਸ ਬੁਲਾਵੇ, ਬੋਲੇ ਸੋ ਨਿਹਾਲ। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। धन 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 जन आया जिस प्रसाद सब जगत तराया। जन आवन काय है सुआओ जन कै संग चित आवे नाओ। आप मुक्त मुक्त करे संसार नानक तिस जन को सदा नमस्कार। जो सास ग्रास ध्याए मेरा हर हर सो गुर सिख गुरु मन भावै। जन नानक धूड़ मंगै तिस गुर सिख की जो आप जपै अब रह नाम जपावै। सज्जन सच्चा पातशाह सिर साहंद साह जिस पास बैठिया सोहिया सबना दा विसाहो। सतनाम श्री वाहिगुरु साहिब जी। तनासरी महला पंजवा। जिसका तन मन धन सब तिसका सोई सुगड़ सुजानी। तिन ही सुनिया दुख सुख मेरा तो बिद निकी खटानी।
ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਦਮਦਮੀ ਟਕਸਾਲ ਦੇ ਮੁੱਖ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੈੱਡਕੁਆਟਰ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ, ਇਸ ਸਥਾਨ ਉੱਤੇ ਹਰ ਸਾਲ ਦੀ ਤਰ੍ਹਾਂ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਮਹਾਨ ਪਰਉਪਕਾਰੀ ਪਵਿੱਤਰ ਆਤਮਾ ਪੰਥ ਰਤਨ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਮਹਾਂਪੁਰਖਾਂ ਦੇ 51ਵੇਂ ਜੋੜ ਮੇਲੇ ਦੇ ਸਮਾਗਮ ਅੰਦਰ ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਔਰ ਉਹਨਾਂ ਮਹਾਂਪੁਰਖਾਂ ਦੇ ਅਨੰਨ ਪਿਆਰੇ ਗੁਰਸਿੱਖ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਉੜੀਸਾ ਵਾਲੇ, ਉਹਨਾਂ ਦੀ ਵੀ ਯਾਦ ਨਾਲ ਹੀ ਤਾਜ਼ੀ ਕੀਤੀ ਜਾ ਰਹੀ ਹੈ। ਸਾਧ ਸੰਗਤ ਜੀ, ਐਸੀਆਂ ਮਹਾਨ ਪਵਿੱਤਰ ਆਤਮਾਵਾਂ ਸੰਸਾਰ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਹੁਕਮ ਵਿੱਚ ਆਉਂਦੀਆਂ ਹਨ ਔਰ ਸੰਸਾਰ ਦੇ ਜੀਵਾਂ ਨੂੰ ਪਰਉਪਕਾਰ ਦੇ ਮਾਧਿਅਮ ਰਾਹੀਂ ਸੰਸਾਰ ਦੇ ਸੰਸਾਰੀ ਜੀਵਾਂ ਨੂੰ ਕੁਸੰਗਤ ਤੋਂ ਰੋਕ ਕੇ, ਮਨਮਤ ਤੋਂ ਰੋਕ ਕੇ, ਮਨਮੁਖਤਾ ਦੇ ਮਾਰਗ ਤੋਂ ਰੋਕ ਕਰਕੇ ਗੁਰਮਤਿ ਦੇ ਮਾਰਗ ਤੇ ਚਲਾ ਕੇ ਉਹਨਾਂ ਦੇ ਜੀਵਨ ਨੂੰ ਸਫਲ ਬਣਾਉਣ ਵਿੱਚ ਆਪਣੀ ਬਹੁਤ ਵੱਡੀ ਘਾਲਣਾ ਕਰਕੇ ਯੋਗਦਾਨ ਪਾਇਆ ਕਰਦੇ ਹਨ। ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਪਾਵਨ ਜਨਮ आप लिए लड़ लाए दर दरवेश से, तन धन जने दी माओ आए सफल से। नगर अखाड़ा जो अजकल जगरावां दी तहसील जिला लुधियाने दे विच बड़ा इतिहासक नगर है, प्रसिद्ध नगर है, जिस नगर विच कलगीधर पातशाह धन सतगुरु श्री गुरु गोबिंद सिंह साहिब सच्चे पातशाह जी ने अपने पावन चरण पाए है और सतगुरां दे वरदान नाल ही महापुरखां दा जन्म गुरु घर दे महान श्रद्धालु प्रेमी गुरसिख बजुर्ग बाबा सरदार अरूड़ सिंह जी, माता आनंद कौर जी दे गृह विखे माघ दी पुन्निया फग्गण दी संगरांद और 1959 विक्रमी संमत 1902 ईस्वी नूं ਅੰਮ੍ਰਿਤ ਵੇਲੇ ਮਹਾਂਪੁਰਖਾਂ ਦਾ ਜਨਮ ਹੋਇਆ। ਆਪ ਜੀ ਦੇ ਪਿਤਾ ਔਰ ਮਾਤਾ ਜੀ ਗੁਰਮਤਿ ਦੀ ਰਹਿਣੀ ਦੇ ਪਰਪੱਕ ਧਾਰਨੀ ਗੁਰਸਿੱਖ ਸਨ, ਗੁਰਬਾਣੀ ਦੇ ਮਹਾਨ ਅਭਿਆਸੀ ਔਰ ਨਾਲ ਨਾਲ ਦਸਾਂ ਨਾहों ਦੀ ਧਰਮ ਦੀ ਕਿਰਤ ਵੀ ਕਰਨੀ ਔਰ ਬਾਲਕ ਅਵਸਥਾ ਤੋਂ ਹੀ ਗੁਰਮਤਿ ਦੇ ਸੰਸਕਾਰ ਮਹਾਂਪੁਰਖਾਂ ਦੇ ਹਿਰਦੇ ਵਿੱਚ ਸੰਚਾਰ ਕਰਨ ਹਿੱਤ ਬਹੁਤ ਵੱਡੀ ਘਾਲਣਾ ਹੈ। महापुरखों दे
ਜਨਮ ਕਾਲ ਤੋਂ ਲੈ ਕੇ ਹੀ ਉਹਨਾਂ ਦੇ ਪਿਤਾ ਬਾਬਾ ਰੂੜ ਸਿੰਘ ਜੀ ਨੇ ਔਰ ਛੋਟੀ ਉਮਰ ਵਿੱਚ ਮਾਤਾ ਆਨੰਦ ਕੌਰ ਜੀ ਨੇ ਆਪਣੀ ਗੋਦ ਵਿੱਚ ਲੈ ਕੇ ਗੁਰਬਾਣੀ ਦਾ ਵੱਧ ਤੋਂ ਵੱਧ ਨਿਤਨੇਮ ਸੁਣਾਉਣਾ, ਗੁਰਬਾਣੀ ਦਾ ਪਾਠ ਸਰਵਣ ਕਰਵਾਉਣਾ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਉਸ ਦੀ ਧੁਨੀ ਦੇ ਨਾਲ ਮਹਾਂਪੁਰਖਾਂ ਨੂੰ ਸਿਮਰਨ ਨਾਲ ਵੀ ਅੰਤਰਾਤਮੇ ਜੋੜ ਕੇ ਰੱਖਣਾ। ਸਾਧ ਸੰਗਤ ਜੀ, ਜਿਸ ਧਰਤੀ ਵਿੱਚ, ਜਿਸ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਨਿਵਾਸ ਰੂਪ ਦੇ ਵਿੱਚ ਸਥਾਈ ਆਪਣਾ ਵਾਸ ਕਰਦਾ ਹੈ, ਉਹ ਧਰਤੀ ਵੀ ਭਾਗਾਂ ਵਾਲੀ ਬਣ ਜਾਂਦੀ ਹੈ ਔਰ ਹਿਰਦਾ ਵੀ ਉਹ ਧਨਤਾ ਦੇ ਯੋਗ ਬਣ ਜਾਂਦਾ। ਔਰ ਜਿਹੜਾ ਪ੍ਰਾਣੀ ਨਾਮ ਦੇ ਸਿਮਰਨ ਦੇ ਵਾਯੂ ਮੰਡਲ ਦੇ ਪ੍ਰਭਾਵ ਵਿੱਚ ਆ ਜਾਂਦਾ ਹੈ, ਉਹਦਾ ਜੀਵਨ ਵੀ ਨਾਮ ਦੇ ਪ੍ਰਭਾਵ ਨਾਲ, ਸਿਮਰਨ ਦੇ ਅਸਰ ਨਾਲ ਉਸ ਆਤਮਾ ਨੂੰ ਵੀ ਉਹ ਰੰਗ ਚੜ੍ਹ ਜਾਂਦਾ ਹੈ। ਸੋ ਮਹਾਂਪੁਰਖਾਂ ਨੂੰ ਬਚਪਨ ਕਾਲ ਤੋਂ ਗੁਰਬਾਣੀ ਦੇ ਨਾਲ, ਸਿਮਰਨ ਨਾਲ, ਭਗਤੀ ਨਾਲ, ਬੰਦਗੀ ਨਾਲ ਜੋੜ ਕੇ ਰੱਖਿਆ ਔਰ ਵੱਡੇ ਹੋਏ ਤਾਂ ਆਪ ਜੀ ਨੂੰ ਜਿੱਥੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਹੋਈ, ਉੱਥੇ ਹੋਰ ਵੀ ਵਿਦਿਅਕ ਗ੍ਰੰਥਾਂ ਦਾ ਅਧਿਐਨ ਕਰਨ ਲਈ ਬਹੁਤ ਵੱਡੀ ਮਸ਼ੱਕਤ ਕਰਨੀ ਪਈ। 1920 ਵਿੱਚ, ਬਲਕਿ ਉਸ ਤੋਂ ਪਹਿਲਾਂ ਜੋ ਗੁਰਦੁਆਰਾ ਸੁਧਾਰ ਲਹਿਰ ਚੱਲੀ ਗਈ ਸੀ, ਉਸ ਵਿੱਚ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਵਾਸਤੇ, ਮਹੰਤਾਂ ਕੋਲੋਂ ਆਜ਼ਾਦ ਕਰਾਉਣ ਵਾਸਤੇ, ਜਿਵੇਂ ਜਿੱਥੇ ਸਮੁੱਚੇ ਪੰਥ ਨੇ ਅਕਾਲੀ ਲਹਿਰ ਚਲਾ ਕੇ ਬਹੁਤ ਵੱਡਾ ਯੋਗਦਾਨ ਪਾਇਆ, ਉਸ ਲਹਿਰ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਲਾਮਿਸਾਲ ਯੋਗਦਾਨ ਹੈ। ਮਹਾਂਪੁਰਖਾਂ ਨੇ ਉਸ ਲਹਿਰ ਵਿੱਚ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਵਿੱਚ, ਗੁਰਦੁਆਰਿਆਂ ਦੇ ਸੁਧਾਰ ਪ੍ਰਬੰਧ ਦੇ ਵਿੱਚ, ਨਗਰਾਂ ਔਰ ਸ਼ਹਿਰਾਂ ਦੇ ਵਿੱਚ ਵਿਚਰ ਕੇ ਬੜੇ ਭਾਰੀ ਦੀਵਾਨ ਸਜਾਏ, ਸਮਾਗਮ ਕੀਤੇ ਔਰ ਇੱਕ ਸਮਾਗਮ ਬਹੁਤ ਵੱਡਾ ਪੰਥਕ ਤੌਰ ਤੇ ਨਗਰ ਅਖਾੜੇ ਵਿੱਚ ਵੀ ਰੱਖਿਆ ਗਿਆ, ਜਿਸ ਵਿੱਚ ਪੰਥ ਦੀਆਂ ਪ੍ਰਸਿੱਧ ਹਸਤੀਆਂ ਨੇ ਵੀ ਆ ਕਰਕੇ ਹਾਜ਼ਰੀ ਭਰੀ ਔਰ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਵੀ ਇਸ ਨਗਰ ਵਿੱਚ ਉਸ ਸਮਾਗਮ ਵਿੱਚ ਗੁਰਬਾਣੀ, ਗੁਰ ਇਤਿਹਾਸ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਉਂਦੇ ਰਹੇ। ਔਰ ਇੱਕ ਦਿਨ ਮਹਾਂਪੁਰਖਾਂ ਨੇ ਜੈਤ ਸ੍ਰੀ ਰਾਗ ਦੇ ਅੰਦਰ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ, ਜੋ ਜੈਤ ਸ੍ਰੀ ਰਾਗ ਦੀ ਵਾਰ, ਜਿੱਥੇ ਗੁਰਬਾਣੀ ਦੇ ਅਖੰਡ ਪਾਠ ਦਾ, ਸਹਿਜ ਪਾਠ ਦਾ ਮੱਧ ਲੱਗਦਾ ਹੈ, ਇਸ ਪਹਿਲੇ ਜੈਤ ਸ੍ਰੀ ਦੇ ਵਾਰ ਦੇ ਸ਼ਲੋਕ ਦੀ ਪੌੜੀ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ। ਤਾਂ ਉਸ ਦੀਵਾਨ ਵਿੱਚ ਮਹਾਂਪੁਰਖ ਵੀ ਆ ਕੇ ਸੰਗਤ ਰੂਪ ਦੇ ਵਿੱਚ ਸੁਭਾਏਮਾਨ ਹੋ ਕੇ ਬੈਠੇ ਸਨ। ਕਥਾ ਦਾ ਐਸਾ ਹਿਰਦੇ ਦੇ ਉੱਤੇ ਅਸਰ ਪਿਆ, ਐਸੀ ਬੇਵਲ ਅਵਸਥਾ ਹੋਈ, ਹੋਂ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਹਿਰਦਾ ਪਹਿਲਾਂ ਹੀ ਪਵਿੱਤਰ ਔਰ ਸ਼ੁੱਧ ਸੀ। ਮਹਾਂਪੁਰਖਾਂ ਦੇ ਬਚਨਾਂ ਦਾ ਐਸਾ ਅਸਰ ਬੈਰਾਗ ਦੇ ਵਿੱਚ ਆਪ ਜੀ ਦੀ ਅਵਸਥਾ ਲੀਨ ਹੋ ਗਈ ਔਰ ਕਥਾ ਦੀ ਸਮਾਪਤੀ ਤੋਂ ਉਪਰੰਤ ਮਹਾਂਪੁਰਖਾਂ ਦੇ ਆਸਣ ਤੇ ਆ ਕੇ ਫਤਿਹ ਬੁਲਾਈ, ਕਹਿਣ ਲੱਗੇ, ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਤਾਂ ਉਸ ਵਕਤ ਮਹਾਂਪੁਰਖਾਂ ਵੱਡਿਆਂ ਨੇ ਆਪ ਆਪਣੇ ਮੁਖਾਰ ਬਿੰਦ ਤੋਂ ਆਪਣੀ ਕਲਮ ਨਾਲ ਇਹ ਪੰਕਤੀਆਂ ਲਿਖੀਆਂ ਹਨ ਕਿ ਅੱਗੋਂ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਉੱਤਰ ਦਿੱਤਾ, ਗੁਰਮਤਿ ਮੇਹ ਰੀਤ ਪਿਆਰੇ, ਅੰਮ੍ਰਿਤ ਛਕ ਪੰਚਾਂ ਹਿਤ ਧਾਰੇ। ਕਹਿਣ ਲੱਗੇ, ਸਿੰਘਾ, ਗੁਰੂ ਘਰ ਦੀ ਮਰਜ਼ਾਦਾ ਹੈ,
ਇਕੱਲਾ ਵਿਅਕਤੀ ਕਿਸੇ ਨੂੰ ਨਾਮਦਾਨ ਨਹੀਂ ਦੇ ਸਕਦਾ। ਜਿਵੇਂ ਦੰਭੀ ਪਖੰਡੀ ਦੇਹਧਾਰੀ ਲੋਕਾਂ ਨੂੰ ਭਰਮਾ ਕੇ ਨਾਮ ਦੇਣ ਦਾ ਇੱਕ ਜਾਲ ਵਿਛਾਉਂਦੇ ਹੈ ਕਿ ਤੁਹਾਨੂੰ ਨਾਮ ਦਈਏ। ਭੋਲੇ ਭਾਲੇ ਲੋਕ ਉਹਨਾਂ ਦੇ ਜਾਲ ਵਿੱਚ ਫਸ ਕੇ ਉਹਨਾਂ ਕੋਲੋਂ ਮੰਤਰ ਲੈ ਲੈਂਦੇ ਹੈ। ਫਿਰ ਉਹ ਲੋਕ ਆਪਣੇ ਆਪ ਨੂੰ ਗੁਰੂ ਬਣ ਕੇ ਪੂਜਾ ਕਰਵਾਉਣ ਦਾ ਇੱਕ ਪਖੰਡ ਰਚਦੇ ਹੈ, ਜਾਲ ਵਿਛਾਉਂਦੇ ਹੈ। ਫਿਰ ਉਸ ਵਿਅਕਤੀ ਨੂੰ ਸਾਰੀ ਉਮਰ ਆਪਣਾ ਸੇਵਕ, ਆਪਣਾ ਚੇਲਾ ਬਣਾ ਕੇ ਉਸ ਕੋਲੋਂ ਆਪਣੀ ਪੂਜਾ ਕਰਵਾਉਂਦੇ ਹੈ। ਤੋ ਮਹਾਂਪੁਰਖ ਐਸੇ ਦੰਭ ਔਰ ਪਖੰਡ ਦੇ ਬਹੁਤ ਸਖਤ ਖਿਲਾਫ ਸਨ। ਉਹ ਮਹਾਂਪੁਰਖ ਸਦਾ ਇਹੋ ਹੀ ਪ੍ਰਚਾਰ ਕਰਦੇ ਰਹੇ ਕਿ ਭਾਈ ਆਪਣੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਗੁਰੂ ਵਾਲੇ ਬਣੋ, ਅੰਮ੍ਰਿਤ ਛਕ ਕੇ ਰਹਿਤ ਦੇ ਧਾਰਨੀ ਬਣੋ। ਸਾਧ ਸੰਗਤ ਜੀ, ਜਦੋਂ ਵੱਡੇ ਮਹਾਂਪੁਰਖਾਂ ਦਾ ਸਮਾਂ ਸੀ ਨਾ, ਉਦੋਂ ਪਖੰਡੀਆਂ ਦਾ ਬੜਾ ਜ਼ੋਰ ਸੀ ਤੇ ਲੋਕ ਉਹਨਾਂ ਦੇ ਪ੍ਰਚਾਰ ਦੇ ਅਸਰ ਥੱਲੇ ਬਹੁਤ ਆਏ ਹੋਏ ਸਨ। ਇਹ ਤਾਂ ਉਹਨਾਂ ਮਹਾਂਪੁਰਖਾਂ ਨੇ ਬਹੁਤ ਵੱਡੀ ਘਾਲਣਾ ਘਾਲੀ। ਉਸ ਤੋਂ ਬਾਅਦ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹਨਾਂ ਮਹਾਂਪੁਰਖਾਂ ਦੀ ਪੰਥ ਵਿੱਚ ਇਤਨੀ ਵੱਡੀ ਘਾਲਣਾ, ਇਤਨਾ ਵੱਡਾ ਇਤਿਹਾਸਕ ਯੋਗਦਾਨ ਹੈ ਕਿ ਅੱਜ ਦੁਨੀਆ ਭਰ ਵਿੱਚ ਬੈਠਾ ਹਰ ਸਿੱਖ ਇੰਨਾ ਸੁਚੇਤ ਹੈ ਕਿ ਦੰਭੀਆਂ ਦੇਹਧਾਰੀਆਂ ਪਖੰਡੀਆਂ ਦਾ ਨਾਮ ਵੀ ਨਹੀਂ ਜੇ ਕਰਕੇ ਸੁਣ ਕੇ ਕੋਈ ਰਾਜੀ। ਇਹ ਇਹਨਾਂ ਮਹਾਂਪੁਰਖਾਂ ਦੀ ਘਾਲਣਾ ਫਲ ਸਰੂਪ ਕੌਮ ਦੇ ਵਿੱਚ ਜਾਗਰਤੀ ਪੈਦਾ ਹੋਈ। ਨਹੀਂ ਤਾਂ ਲੋਕ ਪਹਿਲਾਂ ਥਾਂ ਪਖੰਡੀਆਂ ਦੇ ਡੇਰੇ ਬਣੇ ਹੋਇਆ ਕਰਦੇ ਸਨ। ਪਿੰਡਾਂ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ ਕੇਂਦਰ ਵੀ ਬਣਾਏ ਹੋਏ ਸਨ ਤੇ ਅੱਗੇ ਉਹਨਾਂ ਦੇ ਏਜੰਟ ਰੱਖੇ ਹੋਏ ਹੁੰਦੇ ਸਨ। ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਧਾਰੀਆਂ ਦੇ ਪਾਸ ਲੈ ਜਾਣਾ ਤੇ ਨਾਮਦਾਨ ਦੇਣ ਦੇ ਬਹਾਨੇ ਉਹਨਾਂ ਤੋਂ ਮੰਤਰ ਦਵਾਉਣਾ ਔਰ ਲੋਕਾਂ ਨੂੰ ਕਹਿਣਾ ਕਿ ਅੱਜ ਤੋਂ ਤੁਸੀਂ, ਇਹ ਮਹਾਤਮਾ ਤੁਹਾਡਾ, ਇਹ ਸੰਤ ਗੁਰੂ ਹੈ, ਤੁਸੀਂ ਇਹਨੂੰ ਗੁਰੂ ਮੰਨ ਕੇ ਦੀ ਪੂਜਾ ਕਰਨੀ। ਐਸਾ ਪ੍ਰਭਾਵ ਬੜਾ ਇਸ ਧਰਤੀ ਦੇ ਉੱਤੇ ਗਲਤ ਤਰੀਕੇ ਵਾਲਾ ਪਿਆ ਹੋਇਆ ਸੀ। ਜਦੋਂ ਮਹਾਂਪੁਰਖਾਂ ਨੇ ਉਸ ਸਮੇਂ ਬਚਨ ਕੀਤੇ, ਉਦੋਂ ਇਹ ਪ੍ਰਭਾਵ ਬੜਾ ਜ਼ੋਰਾਂ ਸ਼ੋਰਾਂ ਦੇ ਨਾਲ ਇੱਥੇ ਫੈਲਿਆ ਹੋਇਆ ਸੀ, ਪੰਜਾਬ ਦੀ ਧਰਤੀ ਉੱਤੇ ਖਾਸ ਕਰਕੇ। ਤੇ ਤਾਂ ਹੀ ਮਹਾਂਪੁਰਖਾਂ ਨੇ ਬਚਨ ਕਹੇ ਸਨ ਕਿ ਭਾਈ ਨਾਮਦਾਨ 5 ਪਿਆਰੇ ਦੇ ਸਕਦੇ ਹੋ, ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ। ਤੇ ਜੇ ਨਾਮਦਾਨ ਪ੍ਰਾਪਤ ਕਰਨਾ ਤਾਂ ਕੱਲ ਨੂੰ ਅੰਮ੍ਰਿਤ ਸੰਚਾਰ ਹੋਏਗਾ। 5 ਪਿਆਰਿਆਂ ਕੋਲੋਂ ਆਪ ਅੰਮ੍ਰਿਤ ਛਕੋ ਤੇ ਨਾਮ ਦੀ ਦਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 5 ਪਿਆਰਿਆਂ ਪਾਸੋਂ ਪ੍ਰਾਪਤ ਕਰੋ। ਦੂਸਰੇ ਦਿਨ ਵੱਡੇ ਮਹਾਂਪੁਰਖ ਆਪ 5 ਪਿਆਰਿਆਂ ਦੀ ਸੇਵਾ ਵਿੱਚ ਲੱਗੇ। ਆਪ ਅੰਮ੍ਰਿਤ ਸੰਚਾਰ ਦੀ ਸਾਰੀ ਸੇਵਾ ਨਿਭਾਈ। ਆਪ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਪਰੰਤ ਮੂਲ ਮੰਤਰ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ ਗਿਆ। ਤਾਂ ਵੱਡੇ ਮਹਾਂਪੁਰਸ਼ ਆਪਣੇ ਖਾਸ ਨਿਕਟ ਵਰਤੀ ਸਿੰਘਾਂ ਨੂੰ ਇਹ ਬਚਨ ਦੱਸਿਆ ਕਰਦੇ ਸਨ ਕਿ ਭਾਈ, ਜਦੋਂ ਤੋਂ ਮੈਂ ਅੰਮ੍ਰਿਤ ਛਕਿਆ, ਜਦੋਂ ਤੋਂ ਵੱਡੇ ਮਹਾਂਪੁਰਖਾਂ ਨੇ 5 ਪਿਆਰਿਆਂ ਵਿੱਚ ਲਾ ਕੇ ਮੂਲ ਮੰਤਰ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ ਨਾ, ਉਸ ਦਿਨ ਤੋਂ ਬਾਅਦ ਮੈਨੂੰ ਕਦੇ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਭੁੱਲਿਆ। 8 ਪਹਿਰ ਮੇਰੇ ਪ੍ਰਾਣਾਂ ਵਿੱਚ, ਸਵਾਸਾਂ ਵਿੱਚ ਵਾਹਿਗੁਰੂ ਨਾਮ ਦਾ ਪ੍ਰਵਾਹ ਜਾਰੀ ਹੋ ਗਿਆ ਸੀ। ਸਾਧ ਸੰਗਤ ਜੀ, ਇਹ ਕਿਸ ਗੁਰਸਿੱਖ ਦੀ ਅਵਸਥਾ ਹੁੰਦੀ ਹੈ, ਸਤਿਗੁਰੂ ਜੀ ਇਸ ਦਾ ਨਿਰਣਾ ਕਰਦੇ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਕਹਿਣਾ ਬੜਾ ਸੁਖੈਨ ਹੈ। ਕਈ ਵਾਰੀ ਬੰਦੇ ਆਮ ਮੇਰੇ ਵਰਗੇ ਕਹਿ ਦਿੰਦੇ ਆ, ਮੇਰੇ ਹਿਰਦੇ ਵਿੱਚ ਨਾਮ ਚੱਲ ਪਿਆ ਜੀ, ਮੇਰੇ ਸਵਾਸਾਂ ਵਿੱਚ ਚੱਲ ਪਿਆ। ਪਹਿਲੀ ਗੱਲ, ਨਾਮ ਦਾ ਪ੍ਰਵਾਹ ਚੱਲਣਾ ਬੜਾ ਕਠਿਨ ਹੈ। ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋ ਜਾਏ
ਫਿਰ ਕਿਤੇ ਨਾਮ ਦਾ ਪ੍ਰਵਾਹ ਕਿਸੇ ਗੁਰਮੁਖ ਵਿਰਲੀ ਆਤਮਾ ਦੇ ਹਿਰਦੇ ਵਿੱਚ ਚੱਲਦਾ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਪ੍ਰਵਾਹ ਚੱਲ ਪੈਂਦਾ, ਇਹ ਬਚਨ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਵੀ ਆਪਣੇ ਖਾਸ ਨਿਕਟ ਵਰਤੀ ਸਿੰਘਾਂ ਨਾਲ ਕਰਦੇ ਸਨ। ਕਹਿੰਦੇ ਜਦੋਂ ਹਿਰਦੇ ਵਿੱਚ ਵਾਹਿਗੁਰੂ ਨਾਮ ਦਾ ਜਪ ਚੱਲ ਪੈਂਦਾ ਨਾ, ਸਵਾਸ ਗਰਾਸ, ਤਾਂ ਉਸ ਵਕਤ ਵਕਾਰਾਂ ਦਾ ਫੁਰਨਾ ਮਰ ਜਾਂਦਾ। ਮੁੜ ਕੇ ਵਕਾਰ ਨਹੀਂ ਮਨ ਵਿੱਚੋਂ ਉੱਠਦਾ, ਕਦੇ ਪੈਦਾ ਨਹੀਂ ਹੁੰਦਾ। ਇਹ ਨਿਸ਼ਾਨੀ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਮੰਤਰ ਦਾ ਜਾਪ ਚੱਲ ਜਾਏ। ਐਸੀ ਕਿਰਪਾ ਨਾਮ ਦੀ ਉਹਨਾਂ ਉੱਤੇ ਵਰਤ ਜਾਂਦੀ ਹੈ। ਸੋ ਮਹਾਰਾਜ ਜੀ ਨੇ ਜਿਨ੍ਹਾਂ ਦੇ ਸਵਾਸ ਸਵਾਸ ਹਿਰਦੇ ਵਿੱਚ ਨਾਮ ਚੱਲਦਾ, ਸਵਾਸ ਸਵਾਸ ਪ੍ਰਾਣਾਂ ਦੇ ਵਿੱਚ ਜਿਨ੍ਹਾਂ ਦੇ ਵਾਹਿਗੁਰੂ ਨਾਮ ਚੱਲਦਾ, ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ, ਉਹ ਮਹਾਂਪੁਰਖ ਮੁਕਤ ਪੁਰਸ਼ ਹੋਇਆ ਕਰਦੇ। ਐਸਾ ਉਹਨਾਂ ਦਾ ਪਵਿੱਤਰ ਔਰ ਮਹਾਨ ਘਾਲਣੀ ਜੀਵਨ ਸੀ ਜਿਨ੍ਹਾਂ ਉੱਤੇ ਐਸੀ ਕਿਰਪਾ ਹੋਈ। ਅੰਮ੍ਰਿਤ ਛਕਣ ਤੋਂ ਬਾਅਦ, ਅੰਮ੍ਰਿਤ ਛਕਦਿਆਂ ਸਾਰੀ ਕਹਿ ਲਓ, ਕੋਈ ਵਿਰਲਾ ਹੀ ਹੁੰਦਾ ਨਾ ਜਿੱਤੇ ਐਸੀ ਕਿਰਪਾ ਹੋਈ ਹੋਵੇ ਸੰਸਾਰ ਵਿੱਚ। ਜਗ ਮੈਂ ਉਤਮ ਕਾਢੀਐ ਵਿਰਲੇ ਕੇਈ ਕੇ। ਔਰ ਫਿਰ ਬੇਨਤੀ ਕੀਤੀ ਜੀ ਮੈਨੂੰ ਆਪਣੇ ਨਾਲ ਹੀ ਸੰਗਤ ਬਖਸ਼ੋ। ਕਹਿਣ ਲੱਗੇ ਭਾਈ ਥੋੜੇ ਦਿਨ ਤੂੰ ਆਪਣੇ ਘਰ ਦੇ ਕੰਮ ਜ਼ਿੰਮੇਵਾਰੀ ਸੰਭਾਲ ਲੈ, ਫਿਰ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਵਿਖੇ ਆ ਜਾਇਓ। ਕੁਛ ਮਹੀਨਿਆਂ ਬਾਅਦ ਮਹਾਂਪੁਰਖ ਵੱਡੇ ਸੰਤਾਂ ਪਾਸ ਜਥੇ ਵਿੱਚ ਆਏ। ਲਗਭਗ 1930 ਤੱਕ 10 ਸਾਲ ਲਗਾਤਾਰ ਵੱਡੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਵਿੱਚ ਰਹੇ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸ਼ੁੱਧ ਸੰਥਿਆ ਕੀਤੀ, ਸਾਰੇ ਅਰਥ ਪੜ੍ਹੇ। ਔਰ ਆਪ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਐਸੀ ਤੀਕਸ਼ਣ ਬੁੱਧੀ ਔਰ ਯਾਦਾਸ਼ਤ ਬਖਸ਼ੀ ਹੋਈ ਸੀ ਕਿ ਬਾਕੀ ਦੇ ਸਿੰਘ ਕਥਾ ਜਦੋਂ ਸੁਣਦੇ ਸਨ ਬੈਠ ਕੇ ਆਪਸ ਵਿੱਚ ਵਿਚਾਰ ਕੇ ਉਹਨੂੰ ਕਾਪੀਆਂ ਤੇ ਲਿਖਿਆ ਕਰਦੇ ਸਨ ਸਾਰੇ ਅਰਥ। ਤੇ ਸੰਤਾਂ ਨੇ ਉਹ ਸਾਰੀ ਕਥਾ ਜ਼ੁਬਾਨੀ ਚੇਤੇ ਕਰ ਲੈਣੀ। ਕਲੋ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖ ਲਿਓ, ਹਿਰਦੇ ਵਿੱਚ ਹੀ ਅੰਕਿਤ ਕਰ ਲੈਣੀ। ਜਦੋਂ ਸੱਚਖੰਡ ਜਾਣ ਤੋਂ ਪਹਿਲਾਂ ਵੱਡੇ ਮਹਾਂਪੁਰਸ਼ਾਂ ਨੇ ਸਾਰੇ ਸਿੰਘਾਂ ਨੂੰ ਬਚਨ ਕੀਤਾ ਸੀ ਬੋਪਾ ਰਾਏ ਨਗਰ ਵਿਖੇ ਕਿ ਭਾਈ ਜਿਹੜੇ ਗੁਰਬਾਣੀ ਦੇ ਅੱਖਰ ਦਾਸ ਨੇ ਮਹਾਂਪੁਰਖ ਬ੍ਰਹਮ ਗਿਆਨੀ ਮਹਾਤਮਾ ਦਮਦਮੀ ਟਕਸਾਲ ਦੇ 10ਵੇਂ ਮੁਖੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਤੋਂ ਪੜ੍ਹੇ ਹੈ, ਤੁਸੀਂ ਸਾਰੇ ਸਿੰਘ ਜਥੇ ਵਿੱਚ ਰਹਿ ਕੇ ਉਹ ਗੁਰਬਾਣੀ ਦੇ ਅਕਸ਼ਰ, ਗੁਰਬਾਣੀ ਦੀ ਸੰਥਿਆ, ਗੁਰਮਤ ਦੀ ਸਾਰੀ ਵਿਚਾਰ ਅਰਥਾਂ ਸਮੇਤ ਪੜ੍ਹੀ ਹੈ। ਤੇ ਮੈਂ ਇਹ ਵਿਚਾਰ ਕੀਤੀ ਹੈ ਕਿ ਗੁਰਬਾਣੀ ਦੇ ਉਹਨਾਂ ਅਰਥਾਂ ਨੂੰ, ਸਿਧਾਂਤ ਨੂੰ ਕਿਹੜੇ ਕਿਹੜੇ ਸਿੰਘ ਨੇ ਸਫਲਾ ਕੀਤਾ। ਇਸ ਲਈ 5 ਮਿੰਟਾਂ ਵਿੱਚ ਕੋਈ ਸਿੰਘ ਤੁਹਾਡੇ ਵਿੱਚੋਂ ਸ੍ਰੀ ਜਪਜੀ ਸਾਹਿਬ ਜੀ ਦਾ ਸਿਧਾਂਤ ਸੁਣਾਓ। ਜਦੋਂ ਵੱਖ-ਵੱਖ ਸਿੰਘਾਂ ਨੇ, ਕਿਸੇ ਨੂੰ 10 ਮਿੰਟ ਲੱਗ ਗਏ, ਕਿਸੇ ਨੂੰ 8 ਮਿੰਟ ਲੱਗ ਗਏ, ਕਿਸੇ ਨੂੰ 15 ਮਿੰਟ ਲੱਗ ਗਏ। ਫਿਰ ਸਾਰਿਆਂ ਤੋਂ ਬਾਅਦ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਜੋ ਨਿਮਰਤਾ ਦਾ ਸਰੂਪ ਸਨ, ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਮਹਾਂਪੁਰਖੋ ਸਤਿਗੁਰੂ ਜੀ ਦੀ ਕਿਰਪਾ ਹੋਏ, ਆਪ ਜੀ ਦੀ ਪ੍ਰਸੰਨਤਾ ਹੋਏ ਮੇਰੇ ਸਿਰ ਉੱਤੇ, ਤੇ ਮੈਨੂੰ ਆਗਿਆ ਦਿਓ ਜੇ ਆਪ ਜੀ ਹੁਕਮ ਕਰੋ ਤਾਂ ਮੈਂ ਆਪ ਜੀ ਦੇ ਬਚਨ ਅਨੁਸਾਰ ਹਾਜ਼ਰੀ ਭਰ ਸਕਦਾ। ਮਹਾਂਪੁਰਖ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਭਾਈ ਤੂੰ ਸੁਣਾ। ਸਾਧ ਸੰਗਤ ਜੀ ਐਸੀ ਕਾਵ ਰਚੀ, ਐਸੀ ਕਾਵ ਰਚੀ ਮਹਾਂਪੁਰਖਾਂ ਨੇ 3.5 ਮਿੰਟਾਂ ਵਿੱਚ ਸਾਰਾ ਜਪਜੀ ਸਾਹਿਬ ਦਾ ਸਿਧਾਂਤ ਸੁਣਾਇਆ ਭਰੀ ਸੰਗਤ ਵਿੱਚ। ਤੇ ਵੱਡੇ ਮਹਾਂਪੁਰਖ ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ ਸਿੰਘੋ ਜੋ ਮਹਾਤਮਾ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਤੋਂ ਵਿਦਿਆ ਪੜ੍ਹੀ ਸੀ ਨਾ, ਉਹ ਵਿਦਿਆ ਇਹ ਸਿੰਘ ਨੇ ਅੱਜ ਸਾਡੀ ਸਫਲੀ ਕਰ ਦਿੱਤੀ ਹੈ। ਇੰਨੇ ਪ੍ਰਸੰਨ ਹੋਏ ਮਹਾਂਪੁਰਖ। ਸੋ ਸਾਧ ਸੰਗਤ ਜੀ ਐਸਾ ਉਹਨਾਂ ਦਾ
ਆ ਗੁਰਮੁਖ ਪ੍ਰਕਾਸ਼ ਜਦੋਂ ਗ੍ਰੰਥ ਦਾਸ ਨੇ ਅਮਰੀਕਾ ਦੇ ਵਿੱਚ ਇਹਦਾ ਸਾਰਾ ਪਠਨ ਪਾਠਨ ਕੀਤਾ, ਮੈਂ ਹੈਰਾਨ ਰਹਿ ਗਿਆ ਕਿ ਹਰ ਬਰੀਕ ਤੋਂ ਬਰੀਕੀ ਦੇ ਨਾਲ ਸੰਤਾਂ ਦੇ ਜੀਵਨ ਉੱਤੇ ਉਹਨਾਂ ਨੇ ਕਿੰਨੀ ਬਾਖੂਬ ਜਾਣਕਾਰੀ ਦਿੱਤੀ। ਔਰ ਉਹ ਜਾਣਕਾਰੀਆਂ ਜਿਹੜੀਆਂ ਸਾਰੀਆਂ ਉਹਨਾਂ ਦੇ ਯਾਦਾਸ਼ਤ ਦੇ ਸਮੁੰਦਰ ਵਿੱਚ ਹੀ ਸਮਾਈਆਂ ਹੋਈਆਂ ਸਨ। ਕਿਹੜੇ ਪਿੰਡ ਵਿੱਚ ਕਿੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਉੱਥੇ ਕੀ ਬਚਨ ਕੀਤੇ, ਕੀ ਗੁਰਮਤਿ ਦਾ ਪ੍ਰਚਾਰ ਕੀਤਾ, ਸੰਖੇਪ ਰੂਪ ਦੇ ਵਿੱਚ ਸਾਰਾ ਕੁਝ ਜ਼ਬਾਨੀ ਉਹਨਾਂ ਦੇ ਯਾਦ, ਸਾਰਾ ਕੁਝ ਉਹਨਾਂ ਨੇ ਪਹਿਲਾਂ 10 ਪਾਤਸ਼ਾਹੀਆਂ ਦਾ ਇਤਿਹਾਸ, ਫਿਰ ਪੰਥ ਦੀਆਂ ਜਿੰਨੀਆਂ ਲਹਿਰਾਂ ਉੱਠੀਆਂ ਉਹਨਾਂ ਦਾ ਸੰਖੇਪ ਰੂਪ ਦੇ ਵਿੱਚ ਜਥੇਬੰਦੀਆਂ ਦਾ ਵਰਣਨ, ਫਿਰ ਵੱਡੇ ਮਹਾਂਪੁਰਸ਼ਾਂ ਦਾ, ਫਿਰ ਆਪਣੇ ਨਾਲ ਰਹਿੰਦੇ ਵਿਦਿਆਰਥੀਆਂ ਦਾ, ਕਾਵ ਦੇ ਵਿੱਚ ਸ੍ਰੀ ਗੁਰਮੁਖ ਪ੍ਰਕਾਸ਼ ਗ੍ਰੰਥ ਦੇ ਵਿੱਚ ਉਹ ਸਾਰਾ ਆਪ ਜੀ ਨੇ ਅੰਕਿਤ ਕੀਤਾ। ਸੋ ਸਾਧ ਸੰਗਤ ਜੀ, ਆਪ ਜੀ ਨੇ ਉਹ ਵੱਡੇ ਮਹਾਂਪੁਰਸ਼ਾਂ ਪਾਸ ਰਹਿ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਰਚਨਾ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਔਰ ਅਰਥ, ਗੁਰ ਇਤਿਹਾਸ ਸਾਰਾ ਹੀ, ਔਰ ਵੇਦਾਂਤ ਦੇ ਨਿਆਏ ਦੇ ਬਹੁਤ ਜਿਨ੍ਹਾਂ ਦਾ ਗੋਹਜ ਭਾਵ ਹੈ, ਬੜੀ ਡੂੰਘੀ ਵਿਦਿਆ ਹੈ, ਉਹ ਸਾਰੀ ਵਿਦਿਆ 10 ਸਾਲਾਂ ਦੇ ਵਿੱਚ ਮਹਾਂਪੁਰਸ਼ਾਂ ਕੋਲੋਂ ਪੜ੍ਹੀ। ਔਰ ਮਹਾਂਪੁਰਸ਼ ਇੰਨੇ ਪ੍ਰਸੰਨ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਸੁਖਾਸਨ ਦੀ ਜ਼ਿੰਮੇਵਾਰੀ ਜਥੇ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਜ਼ਿੰਮੇ ਸੀ। ਇੰਨੀ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਸਾਰੀ ਸੇਵਾ ਕਰਨੀ, ਸੁਖਾਸਨ ਦੀ ਸੇਵਾ ਕਰਨੀ, ਜਿੱਥੇ ਜਾਣਾ ਜਥੇ ਨੇ ਸਾਰੇ ਦਰਬਾਰ ਦੀ ਅੰਮ੍ਰਿਤ ਵੇਲੇ ਆਪ ਮਹਾਰਾਜ ਜੀ ਦੇ ਸਥਾਨ ਦਾ ਇਸ਼ਨਾਨ ਕਰਾ ਕੇ ਸਾਰੀ ਸਫਾਈ ਕਰਕੇ ਬੜੀ ਸ਼ਰਧਾ ਨਾਲ ਪ੍ਰਕਾਸ਼ ਕਰਨਾ, ਰਮਾਲਾ ਸਾਹਿਬ ਲਾਉਣੇ, ਸਾਰਾ ਨਿਤਨੇਮ ਕਰਨਾ, ਔਰ ਫਿਰ ਰਾਗੀ ਸਿੰਘਾਂ ਨੇ ਆ ਕੇ ਕੀਰਤਨ ਆਰੰਭ ਕਰ ਦੇਣਾ। ਆਪ ਜੀ ਨੇ ਕੀਰਤਨ ਵੀ ਆਸਾ ਜੀ ਦੀ ਵਾਰ ਦਾ ਸਾਰਾ ਸੁਣਨਾ। ਸਾਧ ਸੰਗਤ ਜੀ, ਸਾਰੇ ਦਰਬਾਰ ਦੀ ਸਫਾਈ, ਸਤਿਗੁਰੂ ਜੀ ਦੇ ਪ੍ਰਕਾਸ਼ ਸਥਾਨ ਦਾ ਇਸ਼ਨਾਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਤੋਂ ਪਹਿਲਾਂ ਵਿਛਾਈ, ਫਿਰ ਪ੍ਰਕਾਸ਼, ਫਿਰ ਸਾਰਾ ਨਿਤਨੇਮ ਸੁਣਨਾ, ਨਾ ਆਪਣੇ ਮੁਖਾਰਬਿੰਦ ਤੋਂ ਸੁਣਾਉਣਾ, ਫਿਰ ਆਸਾ ਜੀ ਦੀ ਵਾਰ ਦਾ ਸਾਰਾ ਕੀਰਤਨ ਸੁਣਨਾ, ਤਾਬਿਆ ਬੈਠ ਕੇ ਚੌਰ ਕਰਦੇ ਰਹਿਣਾ। ਫਿਰ ਵੱਡੇ ਮਹਾਂਪੁਰਸ਼ਾਂ ਨੇ ਆ ਜਾਣਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ, ਗੁਰਬਾਣੀ ਦੀ ਕਥਾ ਸੁਣਾਉਣੀ, ਸਾਰੀ ਕਥਾ ਸੁਣਨੀ। ਅਰਦਾਸ ਤੋਂ ਉਪਰੰਤ ਫਿਰ ਸਾਧ ਸੰਗਤ ਜੀ ਉਹ ਜਾ ਕਰਕੇ ਜਲ ਪਾਣੀ ਛਕਿਆ ਕਰਦੇ ਸਨ। ਐਡੀ ਵੱਡੀ ਉਹਨਾਂ ਦੀ ਘਾਲਣਾ ਸੀ ਜਥੇ ਵਿੱਚ, ਵਿਦਿਆਰਥੀ ਕਾਲ ਵਿੱਚ ਐਡੀ ਵੱਡੀ ਸੇਵਾ। ਕਈ ਵਾਰੀ ਕਹਿੰਦੇ ਵੱਡੇ ਮਹਾਂਪੁਰਸ਼ਾਂ ਨੇ ਕਹਿਣਾ ਕਿ ਜਿੰਨੇ ਸਤਿਕਾਰ ਨਾਲ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਹੋ, ਕਹਿੰਦੇ ਮੈਂ ਅਰਦਾਸ ਕਰਦਾ ਇਹ ਤੁਹਾਡੇ ਤੇ 10 ਪਾਤਸ਼ਾਹੀਆਂ ਕਿਰਪਾ ਕਰਨ, ਸੰਸਾਰ ਵਿੱਚ ਜੁਗੋ ਜੁਗ ਤੁਹਾਡਾ ਵੀ ਇਸੇ ਤਰ੍ਹਾਂ ਸਤਿਕਾਰ ਹੋਵੇ। ਸਾਧ ਸੰਗਤ ਜੀ, ਇੰਨੇ ਮਹਾਂਪੁਰਖ ਸਤਿਗੁਰੂ ਜੀ ਦੀ ਸੇਵਾ ਤੋਂ ਪ੍ਰਸੰਨ ਸਨ, ਇੰਨੀ ਸ਼ਰਧਾ ਨਾਲ ਉਹਨਾਂ ਨੇ ਸੇਵਾ ਕੀਤੀ, ਔਰ ਇੰਨੀ ਵਿਦਿਆ, ਇੰਨੀ ਸੇਵਾ ਤੋਂ ਇਲਾਵਾ ਗੁਰਬਾਣੀ ਦਾ ਵੀ ਬਹੁਤ ਅਭਿਆਸ ਕੀਤਾ ਉਹਨਾਂ ਨੇ। ਬੋਪਾ ਰਾਏ ਨਗਰ ਗੁਰਦੁਆਰਾ ਸੱਚਖੰਡ ਸਥਾਨ ਹੈ, ਜਿੱਥੇ ਵੱਡੇ ਮਹਾਂਪੁਰਸ਼ ਭਿੰਡਰਾਂ ਵਾਲਿਆਂ ਨੇ ਸੱਚਖੰਡ ਪਿਆਨਾ ਕੀਤਾ। ਇੱਥੇ ਆਪ ਜੀ ਨੇ 1.25 ਲੱਖ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਮਹਾਂਪੁਰਸ਼ਾਂ ਦੀ ਆਗਿਆ ਵਿੱਚ ਰਹਿ ਕੇ। ਔਰ ਜਪਜੀ ਸਾਹਿਬ ਜੀ ਦੇ ਪਾਠ ਕਰਦਿਆਂ ਹੀ ਆਪ ਜੀ ਨੂੰ ਜਿੱਥੇ ਗਿਆਨ ਖੰਡ ਦੀ ਪੌੜੀ ਦਾ ਵਰਣਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤਾ ਹੈ। ਗਿਆਨ ਖੰਡੀ ਗੁਰਸਿੱਖ ਦੀ ਕੀ ਅਵਸਥਾ ਹੁੰਦੀ ਹੈ। ਇੱਕ ਦਿਨ ਅੰਮ੍ਰਿਤ ਵੇਲੇ ਉਹ ਪੌੜੀ ਦਾ ਪਾਠ ਕਰ ਰਹੇ ਸਨ ਤਾਂ ਕੀ ਹੋਇਆ, ਉਹ ਪਾਠ ਕਰਦਿਆਂ ਕਰਦਿਆਂ ਸਾਰੇ ਬ੍ਰਹਿਮੰਡ ਵਿੱਚੋਂ ਆਪ ਜੀ ਨੂੰ 10 ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਹੋਏ। ਇੱਕ ਵਾਰੀ ਨਹੀਂ, ਅਨੇਕਾਂ ਵਾਰੀ ਉਹਨਾਂ ਉੱਤੇ ਐਸੀਆਂ ਬਖਸ਼ਿਸ਼ਾਂ ਹੋਈਆਂ ਸਨ। ਹਜੂਰ ਸਾਹਿਬ ਵੀ, ਚਮਕੌਰ ਸਾਹਿਬ ਗੁਰਦੁਆਰਾ, ਕਤਲਗੜ੍ਹ ਸਾਹਿਬ ਜਾਓ,
ਤਾਂ ਇਧਰੋਂ ਜਾਂਦਿਆਂ ਮੱਥਾ ਟੇਕਣ ਵਾਲੇ ਹੱਥ ਤੋਂ ਖੱਬੇ ਹੱਥ ਇੱਕ ਬੌਲੀ ਸਾਹਿਬ ਬਣੀ ਹੋਈ ਹੈ, ਜਲ ਨਾਲ ਭਰੀ ਹੋਈ ਹੈ। ਉਹ ਬੌਲੀ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਕਰਾਈ ਸੀ ਕਲਗੀਧਰ ਪਾਤਸ਼ਾਹ ਜੀ ਤੋਂ ਬਾਅਦ। ਸਾਹਿਬਜ਼ਾਦਿਆਂ ਦੀ ਔਰ ਸਤਿਗੁਰਾਂ ਦੀ ਯਾਦ ਵਿੱਚ ਉਸ ਬੌਲੀ ਸਾਹਿਬ ਜੀ ਦੇ ਵਿੱਚ ਲਗਾਤਾਰ ਜਲ ਵਿੱਚ ਖੜੋ ਕੇ 1.40 ਦਿਨ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਅਭਿਆਸ ਕੀਤਾ। ਔਰ ਮਹਾਂਪੁਰਸ਼ਾਂ ਨੂੰ 41ਵੇਂ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ 5 ਪਿਆਰਿਆਂ ਦੇ, 4 ਸਾਹਿਬਜ਼ਾਦਿਆਂ ਦੇ, 40 ਸ਼ਹੀਦ ਸਿੰਘਾਂ ਦੇ ਆਪ ਦਰਸ਼ਨ ਹੋਏ। ਔਰ ਗਲਵਕੜੀ ਵਿੱਚ ਸਤਿਗੁਰੂ ਜੀ ਨੇ ਲੈ ਕੇ ਬੜਾ ਪਿਆਰ ਦਿੱਤਾ ਔਰ ਮਹਾਨ ਬਖਸ਼ਿਸ਼ਾਂ ਨਾਲ ਨਵਾਜਿਆ। ਵੱਡੇ ਮਹਾਂਪੁਰਖ ਐਡੀ ਭਾਵਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਉਹ ਕਹਿੰਦੇ ਸਨ ਕਿ ਭਾਈ ਨਿਕਟ ਵਰਤੀ ਖਾਸ ਸਿੰਘਾਂ ਨਾਲ ਹੀ ਬਚਨ ਕਰਦੇ ਸਨ ਕਿ ਜਦੋਂ ਤੋਂ ਸਤਿਗੁਰੂ ਜੀ ਨੇ ਐਸੀਆਂ ਰਹਿਮਤਾਂ ਕੀਤੀਆਂ, ਹੁਣ ਤਾਂ ਕਹਿੰਦੇ ਭਾਈ ਐਸੀ ਕਿਰਪਾ ਹੈ ਕਿ ਜਦੋਂ ਨਿਤਨੇਮ ਤੋਂ ਉਪਰੰਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਅਰਦਾਸ ਕਰਕੇ ਪ੍ਰਕਰਮਾ ਕਰਕੇ ਸ਼੍ਰੀ ਮੁਖ ਵਾਕ ਲਈਦਾ ਹੈ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 25 ਪ੍ਰਕਰਮਾਂ, 13 ਪ੍ਰਕਰਮਾਂ, ਨਿਸ਼ਾਨ ਸਾਹਿਬ ਜੀ ਦੀਆਂ 5 ਦਰਬਾਰ ਦੀਆਂ 5 ਪ੍ਰਕਰਮਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ 25 ਪ੍ਰਕਰਮਾਂ। ਇੰਨੀ ਘਾਲਣਾ, ਇੰਨੀ ਸ਼ਰਧਾ, ਇੰਨਾ ਵਿਸ਼ਵਾਸ, ਇੰਨਾ ਕਠਨ ਗੁਰੂ ਸਾਹਿਬ ਦੇ ਉੱਤੇ ਭਰੋਸਾ ਸਿੱਧਕ ਰੱਖ ਕੇ ਐਡੀ ਘਾਲਣਾ ਕਰਨੀ ਕੋਈ ਵਿਰਲਾ ਹੀ ਕਰ ਸਕਦਾ। ਕਿਸੇ, ਮੈਂ ਤਾਂ ਸੋਚਦਾ ਕਿਸੇ ਵਿਰਲੇ ਮਹਾਂਪੁਰਖ ਦੇ ਹਿੱਸੇ ਆਇਆ ਹੋਇਆ। ਜਗ ਮੈਂ ਤੁਮ ਕਾਢੀਏ ਵਿਰਲੇ ਕਈ ਕੇ ਪ੍ਰਕਰਮਾ ਅੱਜ ਦੇ ਸਮੇਂ ਵਿੱਚ ਸਾਡੇ ਕੋਲੋਂ ਇੱਕ ਨਹੀਂ ਪੂਰੀ ਹੁੰਦੀ। ਤਾਨੋਂ ਮਹਾਂਪੁਰਖ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਾਮ ਦੇ ਰਸ ਵਿੱਚ ਭਿੱਜੇ ਹੋਏ, ਮਸਤ ਹੋਏ 25 ਪ੍ਰਕਰਮਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਰਨੀਆਂ ਉਹਨਾਂ ਨੇ। ਦਰਬਾਰ ਦੀਆਂ 5 ਪ੍ਰਕਰਮਾਂ, ਨਿਸ਼ਾਨ ਸਾਹਿਬਾਂ ਦੀਆਂ 5 ਪ੍ਰਕਰਮਾਂ ਉਹਨਾਂ ਨੇ ਕਈ ਵਾਰੀ 13 ਵੀ ਕਰਨੀਆਂ। ਔਰ ਪੁਰਾਣੇ ਸਿੰਘ ਜਿਹੜੇ ਨਾਲ ਰਹਿਣ ਵਾਲੇ ਆ, ਮਹਾਂਪੁਰਖ ਸੰਤ ਸੁਰਜੀਤ ਸਿੰਘ ਜੀ ਸੋਧੀ ਜੀ ਬੈਠੇ ਆ, ਕਹਿੰਦੇ ਪ੍ਰਕਰਮਾ ਕਰਦਿਆਂ ਬਚਨ ਕਰਨੇ, ਹੈ ਸਤਿਗੁਰੂ ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ। ਇੰਨਾ ਵੈਰਾਗ ਦੇ ਵਿੱਚ ਜਿਵੇਂ ਬਬੀਹਾ ਸਾਧ ਸੰਗਤ ਜੀ ਪ੍ਰਯੋ ਕਹਿੰਦਾ ਨਾ, ਇਸ ਤਰ੍ਹਾਂ ਵਜਦ ਦੇ ਵਿੱਚ ਆ ਕੇ ਅੰਦਰੋਂ ਅਮਾ ਉੱਠਣਾ ਤੇ ਵੈਰਾਗ ਦੇ ਵਿੱਚ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ 13 ਕਹਿ ਕੇ ਗਰੀਬਾਂ ਦੀਆਂ ਝੋਲੀਆਂ ਭਰੀਆਂ, ਇਸ ਤਰ੍ਹਾਂ ਵੀ ਕਦੇ ਉਹਨਾਂ ਨੇ ਵੈਰਾਗ ਦੇ ਵਿੱਚ ਆ ਕੇ ਇਸ ਤਰ੍ਹਾਂ ਬੇਨਤੀਆਂ ਰੂਪ ਦੇ ਵਿੱਚ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕਰਨੀਆਂ, ਨਾਲੇ ਪ੍ਰਕਰਮਾਂ ਕਰਨੀਆਂ। ਸੱਚੇ ਪਾਤਸ਼ਾਹ ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ। ਐਸੀ ਧੁਨ ਉਹਨਾਂ ਦੇ ਹਿਰਦੇ ਵਿੱਚੋਂ ਗੂੰਜਣ ਲੱਗ ਪੈਂਦੀ ਸੀ। ਐਸਾ ਮਾਂ, ਐਸਾ ਖੇੜਾ ਉਹਨਾਂ ਦੇ ਹਿਰਦੇ ਵਿੱਚ। ਇੰਨਾ ਸਤਿਗੁਰੂ ਦਾ ਅਦਬ ਸਤਿਕਾਰ, ਇੰਨੀ ਨਾਮ ਰਸ ਵਿੱਚ ਭਿੱਜੀ ਹੋਈ ਆਤਮਾ, ਇੰਨੀ ਮਸਤੀ, ਇੰਨੀ ਖੁਮਾਰੀ ਉਹਨਾਂ ਨੂੰ ਨਾਮ। ਸੋ ਸਾਧ ਸੰਗਤ ਜੀ, ਐਸੇ ਉਹ ਮਹਾਂਪੁਰਖ ਸਨ। ਔਰ ਫਿਰ ਕਹਿੰਦੇ ਜਦੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰੀ ਮੁਖ ਵਾਕ ਲੈਣ ਲੱਗਿਆ, ਮੰਗਲਾ ਚਰਨ ਕਰਕੇ ਰੁਮਾਲਾ ਉੱਤੋਂ ਪਿੱਛੇ ਕਰੀਦਾ, ਕਹਿੰਦੇ ਉਦੋਂ ਹੀ ਸਾਨੂੰ ਹੁਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚੋਂ 10 ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਪ੍ਰਤੱਖ ਦਰਸ਼ਨਾਂ ਦਾ ਨਜ਼ਾਰਾ ਪ੍ਰਾਪਤ ਹੁੰਦਾ। ਐਸੀ ਅਵਸਥਾ ਉਹਨਾਂ ਮਹਾਂਪੁਰਖਾਂ ਦੀ ਸੀ। ਔਰ ਜਦੋਂ ਵੱਡੇ ਮਹਾਂਪੁਰਖ ਸੱਚਖੰਡ ਪਿਆਨਾ ਕਰ ਗਏ, 1930 ਤੋਂ ਲੈ ਕੇ 1969 ਤੱਕ, ਅੱਜ 28 ਜੂਨ ਦਾ ਦਿਹਾੜਾ ਹੈ। ਅੱਜ ਵੇਖ ਲਓ 51 ਸਾਲ ਹੋ ਗਏ ਉਹਨਾਂ ਨੂੰ ਸੱਚਖੰਡ ਪਿਆਨਾ ਕੀਤਿਆਂ ਨੂੰ। ਔਰ ਸਾਧ ਸੰਗਤ ਜੀ, 40 ਸਾਲ ਦਾ ਅਰਸਾ ਲਗਾਤਾਰ ਉਹਨਾਂ ਨੇ ਹਿੰਦੁਸਤਾਨ ਦੇ ਕੋਨੇ ਵਿੱਚ ਵਿਚਰ ਕੇ 5 ਤਖਤਾਂ ਸਾਹਿਬਾਨਾਂ ਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਔਰ ਵੱਡੇ ਗੁਰਧਾਮਾਂ ਤੇ ਜਾ ਕੇ 10 ਦਿਨ, ਮਹੀਨਾ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਦੇ ਪ੍ਰਵਾਹ ਚਲਾਉਂਦੇ ਰਹੇ।
ਐਡਾ ਵੱਡਾ ਭਾਰੀ ਪਰਉਪਕਾਰ ਉਹਨਾਂ ਨੇ ਕੀਤਾ। ਉਹਨਾਂ ਦੇ ਪਰਉਪਕਾਰ ਅੱਗੇ ਸਿਰ ਹੀ ਝੁਕਦਾ ਹਮੇਸ਼ਾ ਵਾਸਤੇ। ਕਿੰਨਾ ਵੱਡਾ ਪਰਉਪਕਾਰ। ਲੱਖਾਂ ਪ੍ਰਾਣੀਆਂ ਦੇ ਉਹਨਾਂ ਨੇ ਨਸ਼ੇ ਛਡਾਏ ਔਰ ਬੇਅੰਤ ਪ੍ਰਾਣੀਆਂ ਨੂੰ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਜਥੇ ਦੇ ਸਿੰਘਾਂ ਨੂੰ ਆਪਣੇ ਨਾਲ ਰੱਖ ਕੇ ਸਿੰਘ ਆਉਂਦੇ ਜਾਂਦੇ ਰਹਿੰਦੇ ਸਨ। ਨਾਲ ਉਹਨਾਂ ਦੇ 100 ਸਵਾ 100 ਸਿੰਘ ਅੱਠੇ ਪੈਰ ਹੀ ਉਹਨਾਂ ਦੇ ਨਾਲ ਰਹਿੰਦਾ ਸੀ। ਤੇ ਜਥੇ ਦੇ ਸਿੰਘਾਂ ਨੂੰ ਗੁਰਬਾਣੀ ਦੀ ਸ਼ੁੱਧ ਸੰਥਿਆ, ਗੁਰਬਾਣੀ ਦੀ ਕਥਾ, ਗੁਰ ਇਤਿਹਾਸ ਦੀ ਕਥਾ ਔਰ ਹੋਰ ਵੇਦਾਂਤ ਨਿਆਏ ਆਦਿਕ ਜਿੰਨੇ ਵੀ ਗ੍ਰੰਥ ਇਹਨਾਂ ਦਾ ਖੁੱਲਾ ਵਿਦਿਆ ਦਾ ਖਜ਼ਾਨਾ ਉਹਨਾਂ ਨੇ ਵੰਡਿਆ। ਪਰਉਪਕਾਰ ਹੀ ਸਾਰਾ ਜੀਵਨ ਕਰਦੇ ਰਹੇ। ਪਰਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ। ਜਥੇਦਾਰ ਭਾਗ ਸਿੰਘ ਜੀ ਮੀਮਸੇ ਵਾਲੇ ਸਨ। ਉਹਨਾਂ ਨੂੰ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿੰਦੇ ਭਾਈ ਮਿਥਿਆ ਤਨ ਨਹੀਂ ਪਰਉਪਕਾਰਾ, ਮਿਥਿਆ ਬਾਸ ਲੇਤ ਬਕਾਰਾ। ਕਹਿੰਦੇ ਜੇ ਗੁਰਸਿੱਖ ਦਾ ਸਰੀਰ ਪਰਉਪਕਾਰ ਨਹੀਂ ਕਰਦਾ, ਕਿਸੇ ਦਾ ਭਲਾ ਨਹੀਂ ਕਰਦਾ, ਉਹ ਨਾਸਵੰਤ ਹੈ, ਕਿਸੇ ਕੰਮ ਨਹੀਂ ਹੈ। ਇਸ ਕਰਕੇ ਜੀਵਨ ਵਿੱਚ ਪਰਉਪਕਾਰ ਕਰਨਾ। ਪਰਉਪਕਾਰ ਦਾ ਢੰਗ ਕੀ ਹੈ ਕਿ ਜਿੰਨੀ ਤੇਰੇ ਕੋਲੇ ਮਾਇਆ ਆਵੇ ਉਹ ਮਾਇਆ ਤੂੰ ਗੁਰੂ ਕੇ ਲੰਗਰ ਵਿੱਚ ਲਾਉਣੀ, ਸੰਗਤਾਂ ਨੂੰ ਲੰਗਰ ਛਕਾਉਣਾ, ਲੰਗਰਾਂ ਦਾ ਪ੍ਰਵਾਹ ਚਲਾਉਣਾ। ਜੇ ਮਾਇਆ ਫੇਰ ਬਚ ਰਹੇ ਉਹਦਾ ਦੁਰਉਪਯੋਗ ਨਹੀਂ ਕਰਨਾ, ਉਹਨੂੰ ਗੁਰੂ ਕੀ ਇਮਾਰਤਾਂ ਤੇ ਖਰਚ ਕਰਨੀ, ਗੁਰੂ ਘਰ ਬਣਾਉਣੇ, ਸੇਵਾ ਕਰਨੀ। ਔਰ ਵਿਦਿਆਰਥੀ ਸਿੰਘਾਂ ਨੂੰ ਗੁਰਮਤਿ ਦੀ ਵਿਦਿਆ ਪੜ੍ਹਾਈ, ਉਹਨਾਂ ਦੀ ਕਿਰਿਆ ਸੇਵਾ, ਬਸਤਰ, ਖਾਣ ਪੀਣ, ਰਹਿਣ ਸਹਿਣ, ਉਸ ਉੱਤੇ ਉਹ ਮਾਇਆ ਖਰਚ ਕਰਨੀ ਹੈ, ਸੰਗਤ ਦੇ ਉੱਤੇ, ਸੇਵਾ ਵਿੱਚ। ਹੋਰ ਪਾਸੇ ਮਾਇਆ ਨਹੀਂ ਲਾਉਣੀ ਔਰ ਆਪ ਗੁਰਬਾਣੀ ਨਾਲ ਜੁੜੇ ਰਹਿਣਾ। ਇਹ ਪਰਉਪਕਾਰ ਦੇ ਕਾਰਜ ਕਰਨੇ ਆਪਾਂ ਆਪਣੀ ਡਿਊਟੀ ਹੈ, ਜ਼ਿੰਮੇਵਾਰੀ ਹੈ। ਮਹਾਂਪੁਰਖਾਂ ਨੇ ਵੱਡਿਆਂ ਨੇ ਜਦੋਂ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਦਾ ਸਿਰੋਪਾਓ ਬਖਸ਼ਿਸ਼ ਕੀਤਾ ਸੀ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ, ਤਾਂ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਬਚਨ ਕੀਤਾ ਸੀ। ਕਹਿੰਦੇ ਭਾਈ 100 ਕੰਮ ਕਰਨਾ ਕਿ ਇੱਕ ਕੰਮ ਕਰਨਾ। ਤਾਂ ਵੱਡੇ ਮਹਾਂਪੁਰਸ਼ ਕਹਿਣ ਲੱਗੇ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖੋ ਜੈਸੀ ਆਪ ਜੀ ਦੀ ਰਜਾ। ਕਿੱਡੀ ਨਿਮਰਤਾ। ਕੋਈ ਹੋਰ ਹੁੰਦਾ ਤਾਂ ਹੰਕਾਰ ਵਿੱਚ ਆ ਕੇ ਕਹਿ ਦਿੰਦਾ 100 ਹੀ ਕਰਾਂਗਾ। ਕਹਿਣ ਲੱਗੇ ਜੈਸੇ ਆਪ ਜੀ ਦੀ ਰਜਾ। ਕਹਿਣ ਲੱਗੇ ਚੰਗਾ ਭਾਈ ਸਾਡਾ ਹੁਕਮ ਰੂਪ ਡੰਡਾ ਸਮਝ ਕੇ 2 ਸਮੇਂ ਸਿੰਘਾਂ ਨੂੰ ਕਥਾ ਪੜ੍ਹਾਈ, ਗੁਰਬਾਣੀ ਗੁਰ ਇਤਿਹਾਸ ਦੀ ਸੰਥਿਆ ਕਰਾਈ, ਵਿਦਿਆ ਪੜ੍ਹਾਈ, ਕਦੇ ਵੀ ਨਾਗਾ ਨਾ ਪਾਈ। 100 ਕੰਮ ਤੇਰਾ ਕਲਗੀਧਰ ਪਾਤਸ਼ਾਹ ਆਪਣੇ ਆਪ ਹੀ ਕਰ ਦਿਆ ਕਰਨਗੇ ਰੋਜ਼ ਦਾ ਰੋਜ਼। ਸੋ ਸਾਧ ਸੰਗਤ ਜੀ ਉਹ ਬਚਨ ਅਖੀਰ ਤੱਕ ਨਿਭਾਇਆ। ਅਖੀਰ ਤੱਕ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਇਹ ਬਚਨ ਕਿਹਾ ਕਰਦੇ, ਵੱਡੇ ਮਹਾਂਪੁਰਖਾਂ ਦੇ 20 ਸਾਲ ਗੜਵਈ ਦੇ ਤੌਰ ਤੇ ਰਹਿ ਕੇ ਸੇਵਾ ਕੀਤੀ। ਕਹਿੰਦੇ ਅਸੀਂ ਆਪਣੇ ਜੀਵਨ ਵਿੱਚ ਵੇਖਿਆ ਕਿ ਮਹਾਂਪੁਰਖਾਂ ਨੇ ਇੱਕ ਇੱਕ ਬਚਨ ਵੱਡੇ ਸੰਤਾਂ ਦਾ ਨਿਭਾ ਕੇ ਪ੍ਰਤੱਖ ਵਿਖਾਇਆ, ਇੱਕ ਇੱਕ ਬਚਨ। ਔਰ ਜਦੋਂ ਸੱਚਖੰਡ ਪਿਆਨਾ ਅੱਜ ਦੇ ਦਿਨ ਇਸ ਅਸਥਾਨ ਤੇ ਕੀਤਾ ਉਹਨਾਂ ਨੇ 28 ਜੂਨ 1969 ਨੂੰ 15 ਹਾੜ ਵਾਲੇ ਦਿਨ, ਅੱਜ ਦੇ ਦਿਨ ਵੀ ਸਾਧ ਸੰਗਤ ਜੀ ਉਹਨਾਂ ਨੇ ਅੰਮ੍ਰਿਤ ਵੇਲੇ ਬਸੰਤ ਰਾਗ ਦੀਆਂ ਅਸ਼ਟਪਦੀਆਂ ਜੋ ਪ੍ਰਾਰੰਭ ਹੋਈਆਂ, ਪਹਿਲੀ ਅਸ਼ਟਪਦੀ ਦੀ ਕਥਾ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਦੇ ਮਗਰੀ ਸਥਾਨ ਹੈ। ਉਦੋਂ ਇਹ ਸਥਾਨ ਅਜੇ ਬਣਿਆ ਨਹੀਂ ਸੀ। ਇਹ ਬਾਬਾ ਭਾਨ ਸਿੰਘ ਜੀ ਦਾ ਘਰ ਸੀ। ਇਸ ਵਿੱਚ ਮਹਾਂਪੁਰਖਾਂ ਦਾ ਆਸਣ ਸੀ ਲੱਗਾ ਹੋਇਆ ਤੇ ਨਗਰ ਮਹਿਤੇ ਵਿੱਚ ਵੱਖ-ਵੱਖ ਸਿੰਘਾਂ ਦੇ ਆਸਣ, ਘਰਾਂ ਦੇ ਵਿੱਚ ਆਸਣ ਸਨ। ਅੰਮ੍ਰਿਤ ਵੇਲੇ ਕਥਾ ਬਸੰਤ ਰਾਗ ਦੀ ਪਹਿਲੀ ਅਸ਼ਟਪਦੀ ਦੀ ਸਾਰੀ ਕਥਾ ਸੰਗਤਾਂ ਨੂੰ ਸੁਣਾਈ। ਅੱਜ ਦੇ ਦਿਨ ਨਾਨਕ ਠਾਡੇ ਚਾਹੈ ਪ੍ਰਭੂ ਦਵਾਰ, ਤੇਰੇ ਨਾਮ ਸੰਤੋਖੇ ਕਿਰਪਾ ਧਾਰ। ਅਖੀਰਲੀਆਂ ਪੰਕਤੀਆਂ ਸਨ ਕਿ ਇਹ ਸੱਚੇ ਪਾਤਸ਼ਾਹ ਤੁਸੀਂ ਐਸਾ ਨਾਮ ਬਖਸ਼ਿਆ, ਤੁਹਾਡੇ ਨਾਮ ਨਾਲ ਹੁਣ ਸੰਤੋਖ ਹਿਰਦੇ ਵਿੱਚ ਧਾਰਨ ਹੋ ਗਿਆ।
ਭਾਵ ਸਾਰੇ ਫੁਰਨੇ ਵਾਸ਼ਨਾਵਾਂ ਕਾਮਨਾਵਾਂ ਮਿਟ ਗਈਆਂ। ਹੁਣ ਤਾਂ ਤੁਹਾਡੇ ਦਰ ਤੇ ਹੀ ਸਦਾ ਖੜੇ ਰਹਿਣਾ ਚਾਹੁੰਦੇ ਹਾਂ। ਸਦਾ ਹੀ ਤੁਹਾਡੇ ਦਰ ਤੇ ਖੜੇ ਰਹੀਏ, ਤੁਹਾਡੇ ਦਰ ਦੀ ਹਾਜ਼ਰੀ ਭਰੀਏ। ਔਰ ਸ਼ਾਮ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰੂ ਕੇ ਲਾਹੌਰ ਵਿਖੇ ਜੋ ਆਨੰਦ ਕਾਰਜ ਵਿਵਾਹ ਹੋਏ, ਉਹ ਸਾਰੇ ਵਿਵਾਹ ਦੀ ਆਨੰਦ ਕਾਰਜ ਦੀ ਕਥਾ ਬੜੇ ਚਾਅ ਨਾਲ ਪ੍ਰਸੰਨਤਾ ਭਰਪੂਰ ਸੁਣਾਈ। ਔਰ ਬਾਬਾ ਮੇਹਰ ਸਿੰਘ ਜੀ ਪੰਜੋਖਰਾ ਸਾਹਿਬ ਵਾਲੇ ਹੁੰਦੇ ਸਨ। ਉਹਨਾਂ ਨੇ ਵੱਡੇ ਮਹਾਂਪੁਰਖਾਂ ਦੀ ਆਗਿਆ ਵਿੱਚ ਰਹਿ ਕੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਥਾਨ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੀ ਦੀ ਆਪਣੀ ਨਿੱਜੀ ਕਮਾਈ ਵਿੱਚੋਂ ਸਾਰੀ ਜ਼ਮੀਨ ਵੇਚ ਕੇ ਸੇਵਾ ਵਿੱਚ ਲਾਈ। ਔਰ ਮਹਾਂਪੁਰਖਾਂ ਦੇ ਰਾਹੀਂ ਸਾਰਾ ਧਨ ਸੇਵਾ ਵਿੱਚ ਲਾਇਆ, ਸਾਰੀ ਸੇਵਾ ਕਰਵਾਈ। ਔਰ ਉਹ ਕੁਝ ਦਿਨਾਂ ਤੋਂ ਸਰੀਰ ਕਰਕੇ ਬੁਖਾਰ ਕਰਕੇ ਢਿੱਲੇ ਸਨ। ਨੰਗਲੀ ਨਗਰ ਤੋਂ ਤੰਦਰੁਸਤ ਹੋ ਕੇ ਸ਼ਾਮ ਦੀ ਕਥਾ ਵਿੱਚ ਆਏ। ਕਿਉਂ ਜਥਾ ਪਹਿਲਾਂ ਨੰਗਲੀ ਰੁਕਿਆ ਸੀ, ਨੰਗਲੀ ਵਿੱਚੋਂ ਹੀ ਪ੍ਰੋਗਰਾਮ ਛੱਡ ਕੇ ਇੱਥੇ ਆਏ ਸਨ ਮਹਿਤੇ ਨਗਰ ਵਿੱਚ। ਤੇ ਬਾਬਾ ਮੇਹਰ ਸਿੰਘ ਜੀ ਜਦੋਂ ਆਏ, ਮਹਾਂਪੁਰਖ ਪ੍ਰਸੰਨ ਹੋ ਕੇ ਕਹਿਣ ਲੱਗੇ, ਬਾਬਾ ਮੇਹਰ ਸਿਆਂ ਚੰਗਾ ਹੋਇਆ ਜਿਉਂਦੇ ਜੀ ਅੱਜ ਤੂੰ ਦਰਸ਼ਨ ਦੇ ਦਿੱਤੇ, ਬਹੁਤ ਖੁਸ਼ੀ ਹੋਈ ਸਾਨੂੰ। ਚੰਗਾ ਹੋ ਗਿਆ ਬਾਬਾ, ਜਿਉਂਦੇ ਜੀ ਆ ਗਿਆ। ਮਹਾਂਪੁਰਖ ਰਮਜ ਦੰਦੇ ਰਾਜ ਨਹੀਂ ਖੋਲ ਕੇ ਦੱਸਿਆ ਕਰਦੇ। ਸਿੰਘਾਂ ਨੇ ਅਨੁਮਾਨ ਲਾ ਲਿਆ ਕਿ ਸ਼ਾਇਦ ਬਾਬਾ ਮੇਹਰ ਸਿੰਘ ਨੇ ਚੜ੍ਹਾਈ ਕਰ ਜਾਣਾ ਸੀ, ਤਾਂ ਕਰਕੇ ਮਹਾਂਪੁਰਖਾਂ ਨੇ ਬਚਨ ਕਹੇ। ਪਰ ਉਹ ਰਮਜ ਆਪਣੇ ਬਾਰੇ ਦੇ ਰਹੇ ਸਨ ਕਿ ਅੱਜ ਅਖੀਰਲਾ ਸਮਾਂ ਤੁਹਾਡੇ ਸਾਰੇ ਸਿੰਘਾਂ ਦੇ ਨਾਲ ਸਾਡਾ ਸਰੀਰ ਕਰਕੇ। ਸੋ ਸਾਰੀ ਕਥਾ ਬੜੇ ਪਿਆਰ ਨਾਲ ਮਹਾਂਪੁਰਖਾਂ ਨੇ ਸੰਗਤਾਂ ਨੂੰ ਬੜੇ ਵਜਦ ਵਿੱਚ ਸਰਵਣ ਕਰਵਾਈ। ਉਸ ਤੋਂ ਉਪਰੰਤ ਸਾਧ ਸੰਗਤ ਜੀ, ਮਹਾਂਪੁਰਖਾਂ ਪਾਸ ਸਤਿਕਾਰਯੋਗ ਬਾਬਾ ਦਲੀਪ ਸਿੰਘ ਜੀ ਸ਼ਾਹ ਜੀ, ਜੋ ਇਸ ਨਗਰ ਦੇ ਪੁਰਾਣੇ ਬਜ਼ੁਰਗ ਸਨ, ਬੜੀ ਗੁਰਮੁਖ ਆਤਮਾ ਸਨ, ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਬਜ਼ੁਰਗ ਬਾਬਾ ਸੰਤ ਸਿੰਘ ਜੀ ਵੱਲੋਂ ਸ਼ਾਮ ਦਾ ਲੰਗਰ ਜਥੇ ਨੂੰ ਅੰਬਾਂ ਦੇ ਸਮੇਤ ਕੀਤਾ ਗਿਆ। ਔਰ ਮਹਾਂਪੁਰਖਾਂ ਦੇ ਪਾਸ ਗਿਆਨੀ ਦਲੀਪ ਸਿੰਘ ਜੀ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਜੋ ਕਥਾ ਕਰਦੇ ਸਨ, ਉਹ ਆਏ। ਇੱਕ ਸਫੇਦ ਰੰਗ ਦਾ ਚਿੱਟਾ ਦਸਤਾਰਾ ਭੇਟਾ ਕੀਤਾ ਤੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਰਾਜ ਸਾਡੀ ਇੱਛਾ ਆਪਣੇ ਸੀਸ ਤੇ ਸਜਾ ਲਓ। ਉਦੋਂ ਹੀ ਸਜਾ ਲਈ। ਉਸ ਤੋਂ ਬਾਅਦ ਗਿਆਨੀ ਦਲੀਪ ਸਿੰਘ ਜੀ ਨੂੰ ਬੜੇ ਪਿਆਰ ਨਾਲ ਆਪਣੀ, ਜਿਵੇਂ ਮਾਂ ਗੋਦ ਵਿੱਚ ਲੈ ਕੇ ਪਿਆਰ ਦਿੰਦੀ ਹੈ, ਐਂ ਪਿਆਰ ਕੀਤਾ। ਮਹਾਂਪੁਰਖਾਂ ਦਾ ਸਿੰਘਾਂ ਨਾਲ ਇੰਨਾ ਪਿਆਰ ਸੀ ਸਾਧ ਸੰਗਤ ਜੀ, ਇੰਨਾ ਦਿਲੋਂ ਸਨੇਹ ਕਰਦੇ ਸਨ ਹਰ ਸਿੰਘ ਦਾ। ਉਸ ਤੋਂ ਬਾਅਦ ਜਦੋਂ ਸੰਤਾਂ ਨੇ ਆਪ ਥੋੜਾ ਜਿਹਾ ਪ੍ਰਸ਼ਾਦਾ ਛਕਿਆ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਜਦੋਂ ਪ੍ਰਸ਼ਾਦਾ ਛਕਣ ਲੱਗੇ ਤੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਕੋਲੇ ਸਨ। ਕਹਿਣ ਲੱਗੇ, ਭਾਈ ਠਾਕੁਰ ਸਿਆਂ ਕਰਤਾਰ ਸਿੰਘ ਨੂੰ ਅੱਜ ਰੱਜ ਰੱਜ ਕੇ ਅੰਬ ਛਕਾ। ਇੱਕ ਦਿੱਤਾ, ਦੋ ਦਿੱਤੇ, ਤਿੰਨ। ਸੰਤ ਕਹਿਣ ਸਾਡੀ ਬਸ ਹੋ। ਕਹਿੰਦੇ ਨਹੀਂ, ਰੱਜ ਰੱਜ ਕੇ ਛਕਾ। ਮੋਟੇ ਮੋਟੇ ਅੰਬ ਸੰਤਾਂ ਨੇ ਕਹਿ ਕੇ ਬਦੋ ਬਦੀ 5 ਛਕਾਏ। ਕਹਿੰਦੇ ਫੇਰ ਹੱਥ ਜੋੜ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਕਹਿਣ ਲੱਗੇ, ਮਹਾਂਪੁਰਖੋ ਹੁਣ ਮੇਰੀ ਬੱਸ ਹੋ ਗਈ। ਬਾਅਦ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਵੈਰਾਗ ਵਿੱਚ ਆ ਕੇ ਬਚਨ ਕਿਹਾ ਕਰਦੇ ਸਨ। ਕਹਿੰਦੇ ਉਹ ਦਿਨ ਸੀ, ਮਹਾਂਪੁਰਖਾਂ ਨੂੰ ਪਤਾ ਸੀ ਕਿ ਅੱਜ ਇਹਨੂੰ ਰੱਜ ਰੱਜ ਕੇ ਅੰਬ ਛਕਾ ਦਈਏ, ਅੱਜ ਇਹਨੂੰ ਰੱਜ ਰੱਜ ਕੇ ਤ੍ਰਿਪਤ ਕਰ ਦਈਏ, ਅੱਜ ਤੋਂ ਬਾਅਦ ਸਰੀਰਾਂ ਦਾ ਮੇਲ ਨਹੀਂ ਹੋਣਾ ਮੁੜ ਕੇ। ਐਸਾ ਵੈਰਾਗ ਵਿੱਚ ਆ ਕੇ ਮਹਾਂਪੁਰਖ ਬਚਨ ਕਿਹਾ ਕਰਦੇ ਸਨ। ਸੋ ਅੱਜ ਦੇ ਦਿਨ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਇੱਥੇ ਬਾਬਾ ਭਾਨ ਸਿੰਘ ਜੀ ਦਾ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਥੱਲੇ ਭੋਰਾ ਹੈ। ਇਹ ਭਰਤੀ ਬਾਅਦ ਵਿੱਚ ਜਦੋਂ ਸੇਵਾ ਹੋਈ, ਸਾਰੀ ਭਰਤੀ ਪੈਣ ਕਰਕੇ ਸਥਾਨ ਉੱਚਾ ਹੋਇਆ। ਭੋਰਾ ਉਸੇ ਤਲ ਤੇ ਹੈ ਜੋ ਨਗਰ ਦੀ ਥੱਲੇ ਧਰਤੀ ਦੀ ਤੈ, ਉਸੇ ਤਲ ਤੇ ਹੀ ਹੈ। ਭੋਰੇ ਦੀ ਜ਼ਮੀਨ ਜਿਹੜੀ ਹੈ ਸਾਰਾ ਤਲਾ। ਇੱਥੇ ਮਹਾਂਪੁਰਖਾਂ ਦਾ ਆਸਣ ਲੱਗਾ ਹੋਇਆ ਸੀ। ਲਗਭਗ 1 ਵਜੇ ਬੜੀ ਜ਼ੋਰ ਦੀ ਹਨੇਰੀ ਆਈ ਔਰ ਉਸ ਤੋਂ ਬਾਅਦ ਬਰਾਂਡੇ ਵਿੱਚ ਮਹਾਂਪੁਰਖਾਂ ਦਾ ਪਲੰਘਾ ਡੱਠਾ ਹੋਇਆ ਸੀ ਤੇ ਹਨੇਰੀ ਜ਼ੋਰ ਦੀ ਆਉਣ ਦੇ ਕਾਰਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਅਤੇ ਹੋਰ ਸਿੰਘ ਨਾਲ ਸਨ ਸੇਵਾ ਵਿੱਚ। ਬਾਬਾ ਜੀ ਵੀ ਕੋਲ ਸਨ ਤੇ
ਮਹਾਂਪੁਰਖਾਂ ਨੂੰ ਕਹਿਣ ਲੱਗੇ, ਮਹਾਂਪੁਰਖੋ ਵੀ ਪਲੰਗ ਹੁਣ ਅੰਦਰ ਕਰ ਦਈਏ, ਮੀਂਹ ਹਨੇਰੀ ਬੜੇ ਜ਼ੋਰ ਦੀ ਆਈ ਹੈ। ਵੱਡੇ ਮਹਾਂਪੁਰਖ ਕਹਿੰਦੇ ਭਾਈ ਪਲੰਗ ਤੇ ਬੈਠਿਆਂ ਬੈਠੇ ਜਾਣਾ, ਪਲੰਗ ਤੋਂ ਅੱਜ ਉਤਰਨਾ ਨਹੀਂ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਹਾਸ ਰਸ ਵਿੱਚ ਕਹਿਣ ਲੱਗੇ, ਮਹਾਂਪੁਰਖੋ ਜਾਂ ਦਰਵਾਜ਼ਾ ਚੌੜਾ ਕਰ ਦਿਓ ਜਾਂ ਪਲੰਗ ਛੋਟਾ ਕਰ ਦਿਓ। ਤੇ ਸੰਤ ਵੀਰ ਰਸ ਵਿੱਚ ਆ ਕੇ ਕਹਿਣ ਲੱਗੇ, ਕਹਿੰਦੇ ਕਰਤਾਰ ਸਿੰਘਾ ਸਾਰੀ ਉਮਰ ਕਦੇ ਕਰਾਮਾਤ ਨਹੀਂ ਦਿਖਾਈ, ਮਹਾਰਾਜ ਦੇ ਭਾਣੇ ਵਿੱਚ ਰਹੇ, ਅੱਜ ਤੂੰ ਸਾਨੂੰ ਇਹ ਗੱਲ ਕਹਿ ਰਿਹਾ ਅਸੀਂ ਗੁਰੂ ਸਾਹਿਬ ਤੋਂ ਬੇਮੁਖ ਹੋ ਜਾਈਏ, ਗੁਰੂ ਕੇ ਭਾਣੇ ਤੋਂ ਉਲਟ ਚੱਲ ਕੇ। ਸੰਤ ਚੁੱਪ ਕਰ ਗਏ। ਮਹਾਂਪੁਰਖਾਂ ਦਾ ਆਸਣ ਅੰਦਰ ਕੀਤਾ ਗਿਆ ਔਰ ਉਸ ਤੋਂ ਬਾਅਦ ਮਹਾਂਪੁਰਸ਼ਾਂ ਨੇ ਸਾਰਾ ਨਿਤਨੇਮ ਦੀ ਸੰਪੂਰਨਤਾ ਤਾਂ ਉਹਨਾਂ ਨੇ ਕਰ ਹੀ ਲਈ ਸੀ ਔਰ 2:10 ਦਾ ਅੰਮ੍ਰਿਤ ਵੇਲੇ ਦਾ ਸਮਾਂ ਸੀ। ਵੇਖਦਿਆਂ ਵੇਖਦਿਆਂ ਹੱਥ ਜੋੜ ਕੇ ਕਹਿਣ ਲੱਗੇ, ਚੰਗਾ ਸਿੰਘੋ ਹੁਣ ਸਾਡਾ ਸਤਿਗੁਰੂ ਦੀ ਪੁਰੀ ਨੂੰ ਤਿਆਰੀ ਹੈ ਤੇ ਮੇਰੀਆਂ ਭੁੱਲਾਂ ਚੁੱਕਾਂ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜੋ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ। ਇਉਂ ਅੱਜ ਦੇ ਦਿਨ ਅੰਮ੍ਰਿਤ ਵੇਲੇ 2:10 ਇਸੇ ਸਥਾਨ ਤੇ ਉਹਨਾਂ ਨੇ ਸੱਚਖੰਡ ਪਿਆਨਾ ਕੀਤਾ। ਔਰ ਭਾਈ ਗੁਰਮੁਖ ਸਿੰਘ ਜੀ ਉੜੀਸਾ ਨੂੰ ਬਚਨ ਸੀ, ਕਿਉਂਕਿ ਇੱਕ ਵਾਰੀ ਉਹਨਾਂ ਨੇ ਆਪਣਾ ਟਰੰਕ, ਆਪਣੇ ਜਥੇ ਵਿੱਚੋਂ ਮਿਲੇ ਬਸਤਰ, ਕੁਝ ਮਾਇਆ ਤੇ ਪੋਥੀਆਂ ਵੈਰਾਗ ਵਿੱਚ ਆ ਕੇ ਸੰਤਾਂ ਕੋਲੇ ਲਿਆ ਕੇ ਆਸਣ ਤੇ ਰੱਖ ਦਿੱਤਾ। ਕਹਿਣ ਲੱਗੇ, ਮਹਾਰਾਜ ਮੈਂ ਆਪਣਾ ਸਰਬੰਸ ਤੁਹਾਨੂੰ ਭੇਟਾ ਕਰ ਦਿੱਤਾ। ਭਾਈ ਗੁਰਮੁਖ ਸਿੰਘ ਦੇ ਉੱਤੇ ਮਹਾਂਪੁਰਖ ਬਹੁਤ ਪ੍ਰਸੰਨ ਹੋਏ। ਭਾਈ ਗੁਰਮੁਖ ਸਿੰਘ ਜੀ ਉੜੀਸਾ ਮਹਾਂਪੁਰਖਾਂ ਨੂੰ ਗਰਮੀ ਦੀ ਰੁੱਤ ਵਿੱਚ ਸਾਰੀ ਰਾਤ ਪੱਖਾ ਝੱਲਦੇ ਰਹਿੰਦੇ ਸਨ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੱਸਦੇ ਸਨ, ਤੁਸੀਂ ਉਹਨਾਂ ਦੇ ਬਚਨ ਵੀ ਸੁਣੇ ਆ, ਬੜੀ ਵੈਰਾਗ ਅਵਸਥਾ ਵਾਲੀ ਆਤਮਾ ਸਨ। ਉਹ ਸੇਵਾ ਔਰ ਸਿਮਰਨ ਤੋਂ ਬਿਨਾਂ ਦੂਜਾ ਬਚਨ ਨਹੀਂ ਕਿਸੇ ਨਾਲ ਵਾਧੂ ਕਰਦੇ ਸਨ। ਤੇ ਭਾਈ ਗੁਰਮੁਖ ਸਿੰਘ ਜੀ ਉੜੀਸਾ ਸਾਰੀ ਰਾਤ ਗਰਮੀ ਦੇ ਵਿੱਚ ਪੱਖਾ ਝੱਲਣਾ ਔਰ ਸਿਆਲ ਦੀ ਰੁੱਤ ਵਿੱਚ ਮੁੱਠੀ ਚਾਪੀ ਦੀ ਸੇਵਾ ਵਿੱਚ ਲੱਗੇ ਰਹਿਣਾ। ਇੱਕ ਦਿਨ ਮਹਾਂਪੁਰਖ ਕਹਿਣ ਲੱਗੇ, ਗੁਰਮੁਖ ਸਿਆਂ ਤੇਰੀ ਕੀ ਇੱਛਾ ਹੈ, ਮੰਗ ਲੈ, ਜੋ ਮੰਗਣਾ ਮਹਾਰਾਜ ਅੱਗੇ ਬੇਨਤੀ ਕਰ ਦਿੰਦੇ ਆ, ਤੇਰੇ ਲਈ ਵੀ ਅਰਦਾਸ ਕਰ ਦਿੰਦੇ ਆ ਸਤਿਗੁਰੂ ਅੱਗੇ। ਕਹਿਣ ਲੱਗੇ, ਮਹਾਂਪੁਰਖੋ ਇੱਛਾ ਇੱਕੋ ਹੀ ਹੈ, ਜਦੋਂ ਮਾਤ ਲੋਕ ਤੇ ਆਉ ਨਾਲ ਲੈ ਕੇ ਆਇਓ, ਜਦੋਂ ਜਾਓਗੇ ਨਾਲ ਲੈ ਕੇ ਜਾਇਓ, ਬਸ ਇਹੀ ਇੱਛਾ ਹੈ। ਕਹਿਣ ਲੱਗੇ, ਚੰਗਾ ਭਾਈ, ਜੇ ਕਲਗੀਧਰ ਪਾਤਸ਼ਾਹ ਜੀ ਨੂੰ ਪਾਇਆ ਆਪੇ ਹੀ ਸਤਿਗੁਰੂ ਤੇਰਾ ਫੁਰਨਾ ਪੂਰਾ ਕਰਨਗੇ। ਕਿੰਨੀ ਨਿਮਰਤਾ ਤੇ ਨਿਰਮਾਣਤਾ ਕਿ ਗੁਰੂ ਸਾਹਿਬ ਹੀ ਤੇਰਾ ਫੁਰਨਾ ਪੂਰਾ ਕਰਨਗੇ। ਕੋਈ ਪਖੰਡੀ ਦੰਭੀ ਹੋਵੇ ਜਾਂ ਮੇਰੇ ਵਰਗਾ ਥੋੜੀ ਬਹੁਤੀ ਕੋਈ ਕਿਣਕਾ ਮਾਤਰ ਅੰਦਰ ਕੋਈ ਐਸੀ ਬਰਕਤ ਆ ਜਾਏ ਤਾਂ ਬੰਦਾ ਆਪਣਾ ਆਪ ਜਣਾਉਣ ਲੱਗਿਆ 1 ਮਿੰਟ ਨਹੀਂ ਲਾਉਂਦਾ। ਪਰ ਧੰਨੋ ਮਹਾਂਪੁਰਖ ਜਿਨ੍ਹਾਂ ਦਾ ਹਿਰਦਾ ਸਤਿਗੁਰੂ ਦੀ ਭੈ ਭਾਵਨਾ ਦੇ ਵਿੱਚ, ਗੁਰੂ ਦੇ ਹੁਕਮ ਦੇ ਵਿੱਚ ਸਦਾ ਹੀ ਭਰਿਆ ਲਬਾਲਬ ਰਹਿੰਦਾ ਸੀ, ਨਾਮ ਵਿੱਚ ਜੁੜੇ ਰਹਿੰਦੇ ਸਨ। ਉਹਨਾਂ ਨੇ ਇਹੀ ਕਿਹਾ ਕਿ ਜਿਵੇਂ ਕਲਗੀਧਰ ਪਾਤਸ਼ਾਹ ਨੂੰ ਭਾਊਗਾ ਉਹ ਤੇਰੀ ਇੱਛਾ ਆਪੇ ਪੂਰੀ ਕਰਨਗੇ। ਜਦੋਂ ਸਰਬੰਸ ਵਾਲੀਆਂ ਵਸਤੂਆਂ ਆਈਆਂ ਨਾ, ਇੱਕ ਸਿੰਘ ਨੇ, ਦਰਸ਼ਨ ਸਿੰਘ, ਭਾਈ ਸ਼ਹੀਦ ਦਰਸ਼ਨ ਸਿੰਘ ਨੇ ਬਚਨ ਸੁਣਾਇਆ। ਕਹਿੰਦੇ, ਮੈਂ ਸੰਤਾਂ ਨੂੰ ਕਿਹਾ ਵੀ ਇਹ ਕਾਹਦਾ ਸਰਬੰਸ ਲੈ ਕੇ ਆਇਆ ਗੁਰਮੁਖ ਸਿੰਘ ਉੜੀਸਾ, ਤੁਹਾਡੇ ਚੋਲੇ ਦਿੱਤੇ, ਤੁਹਾਡੀਆਂ ਚਾਦਰਾਂ, ਤੁਹਾਡੇ ਹੀ ਪੈਸੇ, ਤੁਹਾਡੀਆਂ ਪੋਥੀਆਂ, ਤੁਹਾਡਾ ਹੀ ਟਰੰਕ। ਤੇ ਮਹਾਂਪੁਰਖ ਕਹਿਣ ਲੱਗੇ, ਦਰਸ਼ਨ ਸਿੰਘ ਤੈਨੂੰ ਨਹੀਂ ਪਤਾ, ਗੁਰਮੁਖ ਸੋਂ ਸੱਚਮੁੱਚ ਹੀ ਅੱਜ ਸਰਬੰਸ ਦੇ ਗਿਆ, ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ। ਸੋ ਸਾਧ ਸੰਗਤ ਜੀ, ਐਸੇ ਭਾਈ ਗੁਰਮੁਖ ਸਿੰਘ ਜੀ ਉੜੀਸਾ ਜਦੋਂ ਇੱਥੋਂ ਮਹਾਂਪੁਰਖਾਂ ਦਾ ਪੰਜ ਭੌਤਿਕ ਸਰੀਰ ਦੂਸਰੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਿਜਾਇਆ ਗਿਆ ਔਰ ਸਤਿਗੁਰੂ ਜੀ ਦੇ ਅੰਮ੍ਰਿਤ ਸਰੋਵਰ ਦੇ ਵਿੱਚੋਂ ਜਿੱਧਰਲੇ ਪਾਸੇ ਲੰਗਰ ਹੈ, ਇਸ ਦਰਸ਼ਨੀ ਡੋਢੀ ਵਿੱਚ ਮਹਾਂਪੁਰਸ਼ਾਂ ਨੂੰ ਉਹਨਾਂ ਦੇ ਸਰੀਰ ਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਨਮਸਕਾਰ ਕਰਾਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਮਹਾਂਪੁਰਖਾਂ ਦਾ ਜਿੰਦ ਜਾਨ ਦਾ ਰਿਸ਼ਤਾ ਸੀ। ਸਾਧ ਸੰਗਤ ਜੀ, ਜਿੰਦ ਜਾਨ ਦਾ। ਜਦੋਂ ਥੋੜੀ ਜੀ ਮਾਇਆ ਜਥੇ ਵਿੱਚ ਆਉਣੀ, ਉਦੋਂ ਇਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਲੇ ਜਾਣਾ
ਤੇ ਉਹਨਾਂ ਸਮਿਆਂ ਵਿੱਚ 10-10 ਹਜ਼ਾਰ ਦਾ ਕੜਾਹ ਪ੍ਰਸ਼ਾਦੀ ਦੇ ਕੇ ਇੱਕ ਦਿਨ ਵਿੱਚ ਹੀ ਕਰਾ ਦਿੰਦੇ, ਲੰਗਰ ਕਰਾ ਦਿੰਦੇ ਮਠਿਆਈਆਂ ਦੇ। ਸਾਰਾ ਦਸਵੰਧ ਸ੍ਰੀ ਹਰਿਮੰਦਰ ਸਾਹਿਬ ਹੀ ਭੇਟਾ ਕਰ ਦੇਣਾ, ਜਾਂ ਫਿਰ ਤਖਤ ਸ੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ, ਇਹਨਾਂ ਸਥਾਨਾਂ ਤੇ ਮਾਇਆ ਸਾਰੀ ਲੰਗਰਾਂ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਵਿੱਚ ਅਰਪਿਤ ਕਰ ਦੇਣੀ। ਐਸਾ ਉਹਨਾਂ ਦਾ ਤਿਆਗ ਸੀ। ਔਰ ਜੇ ਕਿਤੇ ਕਹਿੰਦੇ ਕਈ ਵਾਰੀ ਦੂਰ ਵੀ ਬਹੁਤ ਗਏ ਹੋਏ ਆ, ਅਚਾਨਕ ਸਿੰਘਾਂ ਨੂੰ ਕਹਿਣਾ, ਸਿੰਘੋ ਹਰਿਮੰਦਰ ਸਾਹਿਬ ਚੱਲੀਏ। ਹਰਿਮੰਦਰ ਸਾਹਿਬ ਆਉਣਾ, 5-4 ਸਿੰਘ ਨਾਲ ਲੈ ਕੇ, ਔਰ 68 ਘਾਟ ਤੇ ਦੁਖਭੰਜਨੀ ਬੇਰ ਸਾਹਿਬ ਥੱਲੇ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਦਰਸ਼ਨ ਕਰਕੇ ਪਰਿਕਰਮਾ ਕਰਕੇ ਦੇਗ ਕਰਾ ਕੇ ਫਿਰ ਵਾਪਸ ਮੁੜ ਜਾਣਾ। ਇੰਨਾ ਜਿੰਦ ਜਾਨ ਦਾ ਦਿਲੋਂ ਹਰਿਮੰਦਰ ਸਾਹਿਬ ਦੇ ਨਾਲ ਉਹਨਾਂ ਦਾ ਰਿਸ਼ਤਾ ਸੀ। ਔਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਅਖੀਰਲੀ ਵਿਦਾਇਗੀ ਸਰੀਰ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਚੋਂ ਆਪ ਦਿੱਤੀ। ਦੇਖੋ ਕੁਦਰਤ ਦੇ ਸੰਜੋਗ ਹੁੰਦੇ ਆ, ਸਤਿਗੁਰੂ ਆਪ ਵਿਧ ਬਣਾਉਂਦਾ। ਇੱਥੇ ਪੰਜ ਭੌਤਿਕ ਸਰੀਰ ਤਿਆਗਣ ਦਾ ਵੀ ਉਹਨਾਂ ਦਾ ਹੀ ਫੁਰਨਾ ਸੀ। ਜਿਹੜੇ ਸਿੰਘਾਂ ਦਾ ਸ਼ਾਹ ਦਲੀਪ ਸਿੰਘ ਜੀ ਨੇ ਇੱਕ ਵਾਰੀ ਇੱਥੇ ਅਰਦਾਸ ਕੀਤੀ ਸੀ ਕਿ ਭਿੰਡਰਾਂ ਨਗਰ ਵਿੱਚ ਜਾਣਾ। ਸੰਤ ਬਾਬਾ ਖਜਾਨ ਸਿੰਘ ਜੀ ਦਾ 27 ਭਾਦਰੋਂ ਨੂੰ ਜੋੜ ਮੇਲਾ ਭਿੰਡਰਾਂ ਵਿਖੇ ਮਨਾਇਆ ਜਾਂਦਾ ਸੀ, ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ। ਤੇ 27 ਭਾਦੋਂ ਨੂੰ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਿਤਾ ਜੀ ਦਾ ਜੋੜ ਮੇਲਾ 27 ਭਾਦੋਂ ਨੂੰ ਮਨਾਇਆ ਜਾਂਦਾ। ਤਾਂ ਸੰਗਤਾਂ ਇੱਥੋਂ ਵੀ ਜਾਂਦੀਆਂ। ਤੇ ਸ਼ਾਹ ਦਲੀਪ ਸਿੰਘ ਜੀ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਭਿੰਡਰਾਂ ਇੰਨੀ ਦੂਰ ਜੋੜ ਮੇਲੇ ਤੇ ਜਾਣਾ ਬੜਾ ਔਖਾ, ਸਾਡੇ ਮਹਿਤੇ ਨੂੰ ਭਿੰਡਰ ਬਣਾ ਦਿਓ। ਇਹ ਸ਼ਾਹ ਜੀ ਨੇ ਅਰਦਾਸ ਕੀਤੀ ਸੀ। ਔਰ ਉਹ ਵਿਧ ਬਣੀ। ਇੱਥੇ ਮਹਾਂਪੁਰਖਾਂ ਨੇ ਸੱਚਖੰਡ ਪਿਆਨਾ ਕੀਤਾ ਔਰ ਉਹਨਾਂ ਦਾ ਪੰਜ ਭੌਤਿਕ ਸਰੀਰ ਸ੍ਰੀ ਹਰਿਮੰਦਰ ਸਾਹਿਬ ਲਿਜਾਇਆ ਗਿਆ। ਦਰਸ਼ਨੀ ਡਿਓਢੀ ਵਿੱਚ ਰੱਖ ਕੇ ਅੰਮ੍ਰਿਤ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਾਇਆ, ਵਸਤਰ ਪਾਏ। ਉੱਥੋਂ ਫਿਰ ਸੰਤ ਫਤਿਹ ਸਿੰਘ ਜੀ, ਸੰਤ ਚੰਨਣ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਅੰਤਮ ਸੰਸਕਾਰ ਦੀਆਂ ਸਾਰੀਆਂ ਤਿਆਰੀਆਂ ਦੇ ਪ੍ਰਬੰਧ ਕੀਤੇ ਗਏ। ਬੜੇ ਵੱਡੇ ਟਰੱਕ ਉੱਤੇ ਮਹਾਂਪੁਰਖਾਂ ਦਾ ਪਵਿੱਤਰ ਸਰੀਰ ਸੁਭਾਏਮਾਨ ਕਰਕੇ ਸਿਹਰਿਆਂ ਨਾਲ ਸਜਾ ਕੇ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਵਿਖੇ ਲਿਜਾਇਆ ਗਿਆ। ਅੱਜ ਦੇ ਦਿਨ, ਅੱਜ ਦੀ ਰਾਤ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਵਿਖੇ ਸਰੀਰ ਰਿਹਾ। ਲੱਖਾਂ ਹੀ ਸੰਗਤਾਂ ਉੱਥੇ ਪਹੁੰਚੀਆਂ। ਔਰ ਭਿੰਡਰਾਂ ਵਿਖੇ ਕਈ ਸਿੰਘਾਂ ਨੇ, ਜ਼ਿੰਮੇਵਾਰਾਂ ਨੇ ਹੱਠ ਕੀਤਾ ਕਿ ਸੰਸਕਾਰ ਇੱਥੇ ਹੀ ਕਰਨਾ। ਪਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਵੱਡੇ ਸੰਤ ਪਹਿਲਾਂ ਕਹਿ ਗਏ ਸਨ, ਕਹਿੰਦੇ ਭਾਈ ਸਾਡੇ ਸਰੀਰ ਦਾ ਸੰਸਕਾਰ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਕਰਨਾ, ਹੋਰ ਕਿਤੇ ਸਾਡੇ ਸਰੀਰ ਦਾ ਸੰਸਕਾਰ ਨਹੀਂ ਕਰਨਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਜਦੋਂ ਜ਼ੋਰ ਪਾਇਆ ਗਿਆ ਤਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਬਚਨ ਕੀਤਾ, ਕਹਿਣ ਲੱਗੇ ਜਿੰਨਾ ਚਿਰ ਤਾਂ ਮੇਰੇ ਸਰੀਰ 'ਚ ਪ੍ਰਾਣ ਚੱਲਦੇ ਆ ਉਹਨਾਂ ਚਿਰ ਤਾਂ ਮੈਂ ਮਹਾਂਪੁਰਖਾਂ ਦਾ ਬਚਨ ਪੂਰਾ ਕਰਨ ਵਾਸਤੇ ਆਪਣਾ ਸਿਰ ਵੀ ਲਾ ਦਿਆਂਗਾ। ਜੇ ਸਰੀਰ 'ਚ ਪ੍ਰਾਣ ਨਾ ਰਹੇ ਫਿਰ ਤੁਸੀਂ ਜੋ ਮਰਜ਼ੀ ਕਰ ਲਿਓ। ਜਦੋਂ ਮਹਾਂਪੁਰਖਾਂ ਨੇ ਅਸੀਂ ਦ੍ਰਿੜਤਾ ਦਿਖਾਈ ਫਿਰ ਉਹ ਪ੍ਰਬੰਧਕ ਹਟੇ। ਫਿਰ ਅਗਲੇ ਦਿਨ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਤੋਂ ਮਹਾਂਪੁਰਸ਼ਾਂ ਦਾ ਸਰੀਰ ਕੀਰਤਪੁਰ ਸਾਹਿਬ ਲਿਜਾ ਕੇ ਗੁਰਦੁਆਰਾ ਪਤਾਲਪੁਰੀ ਸਾਹਿਬ ਸਮੁੱਚੇ ਖਾਲਸਾ ਪੰਥ ਨੇ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ। ਕਿਸੇ ਵਿਰਲੇ ਮਹਾਂਪੁਰਖ ਦਾ ਸੰਸਕਾਰ ਪੰਥ ਨੇ ਕੀਤਾ ਹੋਏਗਾ, ਪਰ ਮਹਾਂਪੁਰਖਾਂ ਦੇ ਸਰੀਰ ਦੀਆਂ ਅੰਤਮ ਰਸਮਾਂ ਸਮੁੱਚੇ ਪੰਥ ਨੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਨੇ, ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬਾਨਾਂ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ, ਅਕਾਲੀ ਦਲ ਦੇ ਪ੍ਰਧਾਨ ਸਾਹਿਬ, ਅਕਾਲੀ ਦਲ ਦੀ ਸਰਕਾਰ ਸੀ, ਸਾਰਾ ਪੰਥ ਕੀਰਤਪੁਰ ਸਾਹਿਬ ਜੁੜਿਆ ਔਰ ਉਹਨਾਂ ਦੇ ਪੰਜ ਭੌਤਿਕ ਸਰੀਰ ਦਾ ਸੰਸਕਾਰ ਸਾਰੇ ਖਾਲਸਾ ਪੰਥ ਨੇ ਮਿਲ ਕੇ ਕੀਤਾ। ਔਰ ਜਿਹੜੀਆਂ ਪੰਕਤੀਆਂ ਇੱਥੇ ਸਾਹਮਣੇ ਸਾਧ ਸੰਗਤ ਜੀ ਦਰਵਾਜ਼ੇ ਦੇ ਉੱਤੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਲਿਖਾਈਆਂ, ਆਪ ਜਿਸ ਪਿਆਰੇ ਸੁਨੇਹੋਂ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ,
सेवक की ओढ़ निभी प्रीत जीवत साहिब सेवियो अपना चलते राखियो चीत। गुरबाणी दियां पंक्तियां विच ही सारा भाव रख दिता कि संत बाबा गुरबचन सिंह जी की भी प्रीति ओढ़क तक कलगीधर पातशाह जी के चरणों नाल, धन गुरु ग्रंथ साहब जी के चरणों नाल, 10 पातशाहियां नाल निभी और भाई गुरमुख सिंह जी की भी ओढ़क तक प्रीति निभी। और साध संगत जी भाई गुरमुख सिंह जी महापुरखों के नाल ही अज दे दिन उन्हां दे पवित्र अंगीठे दे विच 2.5 परिक्रमा करके दूरों छाल मार के नाल ही पतंगे की तरह परवाने की तरह महापुरखों के नाल ही लट लट बलदी चिखा दे विच अपना आप कुर्बान करके महापुरुषों के नाल ही सचखंड प्याना कर गए। उहदी निशानी ये है, माता जी सरहाली वाले, सरहाली साहब वाले, उन्होंने आप बचन सुनाया, मैं कन्नी सुनिया। भगत जी माता जी के दर्शन करन गए, मैं भी नाल सां। माता जी कहन लगे भी जदों भाई गुरमुख सिंह छाल मार के चिखा दे विच जाके उन्हें छाल मार के चिखा दे उत्ते बैठ गया ना, प्रवेश हो गया, उत्ते ही लिट गया महापुरखों की छाती दे उत्ते ही अपना जिमें गलवकड़ी पाई दी है इस तरह का दृश्य देखिया। कहंदे मैनू अजब नज़ारा होया कि 10 पातशाह जी दे काला बाणा धारण किया होया है ते भाई गुरमुख सिंह दी आत्मा विच कलगीधर पातशाह प्रवेश हो गए। वो माता जी बड़े नाम रसीए कमाई वाली भजन सिमरन वाली आत्मा सन। कहंदे मैनू ये नज़ारा उस वक्त अपनी अखी मैं वेखिया। और साध संगत जी एक बारी भी भाई गुरमुख सिंह जी के मुखों किसी ने हाय सी तक नहीं सुनी, कोई शरीर तड़फिया नहीं, जिमें अपनी इच्छा नाल शरीर कोई त्यागदा ऐ शरीर त्यागया। और जदों सिंह कढ़ण का यतन करन लगे, रागी भाई बचित्र सिंह ने अपना परना भी जोर दी मारिया भी लत्तां चढ़ जाए, नहीं अड़िया। तो संत बाबा करतार सिंह जी खालसा जी ने सारिਆਂ ਨੂੰ रोकया, सिंघो भाई गुरमुख सिंह की इच्छा सी, हुण उहदी इच्छा के विरुद्ध आपां कुछ नहीं कर सकते। और 3 वेरी सिंह दसदे आ भी पतालपुरी साहिब वाल नूं अपना सिर झुका के बलदियां लाटां विच उहने मत्था टेकिया। 3 वेरी इस तरह ही सिर झुकाया सतगुरु गुरु हरगोबिंद साहब जी के चरणों में। ऐसे परवाने गुरसिख प्रवान हो जाते हैं सतगुरु जी की कृपा के पात्र। जदों 6वें पातशाह जी का संस्कार पतालपुरी साहिब होया, उदों भी 2 राजे भाई राम सिंह प्रताप सिंह राजपूत राजे महाराज की चिखा विच ही छाल मार के उन्होंने भी अपने आप को अगन भेंट कर लिया सी। होर सिख मारन लगे छालां तां 7वें पातशाह जी ने रोक दिता सी। इतिहासक घटना दोबारा दोहराई गई कि जदों महापुरखों के नाल भाई गुरमुख सिंह जी उड़ीसा भी नाल ही सचखंड प्याना कर गए। समा अपनी चाल तुरिया जा रहा है, समा नहीं अगे जाण की आग्या दिंदा। उन्हां दा जीवन बड़ा अलौकिक है। उन्हां दी संगत विच महापुरख संत बाबा जरनैल सिंह जी खालसा पिंडरां वाले, संत बाबा करतार सिंह जी खालसा पिंडरां वाले, महापुरख संत बाबा ठाकुर सिंह जी खालसा, ये सारे महापुरख उन्हां तो वरोसाए गए। उन्हां तो सारे महापुरखों ने गुरमत की विद्या प्राप्त की। गुरमत के रंग विच सारे महापुरखों का जीवन रंगिया गया। ऐसी वो महान करनी वाली आत्मा, महान पवित्र आत्मा, महान पंथ की शख्सियत सन जिन्हां दी पवित्र याद विच आपां जुड़ के बैठे हाँ। समा नहीं आग्या दिंदा। आओ आए हुए श्री मुखवाग की कथा आप संगतां मन बिरती नूं एकागर करके सुनो। जी की एक ही पहमानी अवर जतन कर रहे बहुत तेरे तिन तिल नहीं कीमत जानी। बंदा लख जतन कर ले, लख साधन कर ले, लख तपस्या कर ले, ओढ़क तो कहंदे एक अरदास कीती हुई वाहिगुरू दे दर ते मन्नी जाती है। तुसी सारी जिंदगी सेवा कर लो, नाम जप लो, गुरबाणी का अभ्यास कर लो। जिन्ना चिर तुसी एक अरदास नहीं करते उन्ना चिर वो तुहाडी कीती घालना प्रवान नहीं हुंदी। अरदास नाल ही सारी घालना गुरु दे दर ते प्रवान हुंदी है।
ਤੋ ਮਹਾਂਪੁਰਖ ਸਦਾ ਹੀ ਅਰਦਾਸ ਵਿੱਚ ਜੁੜੇ ਰਹਿੰਦੇ ਸਨ। ਜੇ ਪਲੰਗ ਤੇ ਬੈਠੇ ਆ, ਬੈਠੇ ਬੈਠੇ ਅਚਾਨਕ ਹੱਥ ਜੁੜ ਜਾਣੇ ਤੇ ਅਰਦਾਸ ਵਿੱਚ ਹੀ ਉਹਨਾਂ ਦੀ ਅੰਤਰਾਤਮਾ ਗੜੂੰਦ ਹੋ ਜਾਣੀ, ਜੁੜ ਜਾਣੀ। ਗੁਰਸਿੱਖ ਦਾ ਜੀਵਨ ਅਰਦਾਸ ਦੇ ਉੱਤੇ ਹੀ ਨਿਰਭਰ ਹੈ। ਸੋ ਇਸ ਕਰਕੇ ਮਹਾਰਾਜ ਅਰਦਾਸ ਕਰਨ ਦੀ ਜਾਚ ਸਾਨੂੰ ਸਿਖਾਉਂਦੇ ਹਨ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧਨਾਸਰੀ ਰਾਗਣੀ ਵਿੱਚ ਫਰਮਾਨ ਕਰਦੇ ਆ, ਕਹਿੰਦੇ ਭਾਈ ਤਨ ਵੀ ਉਸ ਵਾਹਿਗੁਰੂ ਦਿੱਤਾ ਹੈ, ਮਨ ਵੀ ਉਸੇ ਨੇ ਵਿੱਚ ਪਾਇਆ, ਜੰਤਰ ਸੰਕਲਪਾਂ ਵਿਕਲਪਾਂ ਨੂੰ ਪੈਦਾ ਕਰਨ ਵਾਲਾ। ਧਨ ਕੰਮ ਆਉਣ ਵਾਸਤੇ ਵਾਹਿਗੁਰੂ ਨੇ ਉਹ ਵੀ ਤੈਨੂੰ ਇਹ ਜੀਵ ਬਖਸ਼ਿਸ਼ ਕੀਤਾ ਹੋਇਆ ਹੈ। ਜੇ ਤੂੰ ਸੋਚੇ ਕਿ ਤਨ ਵੀ ਮੇਰਾ, ਮਨ ਵੀ ਮੇਰਾ, ਧਨ ਵੀ ਮੇਰਾ, ਤਾਂ ਇਹ ਤੇਰੀ ਬੜੀ ਵੱਡੀ ਭੁੱਲ ਹੈ। ਧਨ ਪਰਮੇਸ਼ਰ ਦਿੰਦਾ, ਜੀਵ ਨਹੀਂ ਲੈ ਸਕਦਾ। ਤਨ ਸਰੀਰ ਵੀ ਵਾਹਿਗੁਰੂ ਦਿੰਦਾ ਤੇ ਮਨ ਦਾ ਜੰਤਰ ਵੀ ਵਾਹਿਗੁਰੂ ਅੰਦਰ ਫਿੱਟ ਕਰਦਾ। ਕਈਆਂ ਦੀ ਮਨ ਦੀ ਸ਼ਕਤੀ ਕੰਮ ਕਰਨੋਂ ਹਟ ਜਾਂਦੀ ਹੈ, ਸਰੀਰ ਚੰਗਾ ਭਲਾ ਚੱਲਦਾ, ਪਰ ਮਨ ਦੀ ਸ਼ਕਤੀ ਰੁਕ ਜਾਏ ਤਾਂ ਸਾਧ ਸੰਗਤ ਜੀ ਸਰੀਰ ਦੀ ਹਾਲਤ ਅਸਤ ਵਿਅਸਤ ਹੋ ਜਾਂਦੀ ਹੈ। ਮਨ ਨਾਲ ਹੀ ਸਾਰੇ ਪਕਸ਼ ਜੁੜੇ ਹੈ ਨਾ, ਅੰਤਾਕਰਨ ਜਿਹਨੂੰ ਕਹਿੰਦੇ ਆ, ਮਨ ਬੁੱਧ ਚਿੱਤ ਹੰਕਾਰ, ਇਹ ਮਨ ਦੇ ਇਰਦ ਗਿਰਦ ਹੀ ਹੈ ਸਾਰਾ ਕੁਝ ਪਸਾਰਾ ਵਾਹਿਗੁਰੂ ਨੇ ਅੰਦਰ ਹੀ ਪੈਦਾ ਕੀਤਾ। ਮਨ ਸੰਕਲਪ ਉਠਾਉਂਦਾ, ਬੁੱਧੀ ਚੰਗੇ ਮਾੜੇ ਦਾ ਨਿਰਣਾ ਕਰਦੀ ਹੈ, ਚੇਤਾ ਉਹਨਾਂ ਸੰਸਕਾਰਾਂ ਨੂੰ ਯਾਦ ਰੱਖਣ ਦਾ ਇੱਕ ਸਰੋਤ ਹੈ। ਹੰਕਾਰ ਜਿਹੜਾ ਉਹ ਆਪਣੀ ਮੈਂ ਨੂੰ ਵੀ ਮੈਂ ਫਲਾਨਾ, ਮੈਂ ਧਿਮਕੜਾ, ਮੈਂ ਇਮਕੜਾ, ਇਹ ਸਾਰੇ ਮਨ ਦਾ ਹੀ ਇੱਕ ਦੂਸਰੇ ਨਾਲ ਜੁੜਿਆ ਹੋਇਆ ਸੰਬੰਧ ਹੈ। ਇਹ ਵਾਹਿਗੁਰੂ ਨੇ ਮਨ ਵੀ ਅੰਦਰ ਹੀ ਪੈਦਾ ਕੀਤਾ ਔਰ ਤਨ ਸਰੀਰ ਵੀ, ਇਹ ਸਾਰਾ ਕੁਝ ਉਸੇ ਦਾ ਦਿੱਤਾ ਹੋਇਆ ਹੈ। ਸੋਈ ਸੁਗੜ ਸੁਜਾਨੀ। ਸੋਈ ਹੋਈ ਵਾਹਿਗੁਰੂ ਸ੍ਰੇਸ਼ਟ ਘਾੜਤਾਂ ਨੂੰ ਵੀ ਘੜਨ ਵਾਲਾ। ਸਰੀਰ ਦੀ ਘਾੜਤ ਕਿਹੋ ਜੀ ਸੋਹਣੀ ਘੜੀ ਆ ਉਹਨੇ। ਅੱਖਾਂ ਲਾਈਆਂ, ਨੱਕ ਲਾਇਆ, ਮੂੰਹ ਲਾਇਆ, ਜ਼ੁਬਾਨ ਲਾਈ, ਕੰਨ ਲਾਏ, ਹੱਥ ਲਾਏ, ਪੈਰ ਲਾਏ। ਤੇ ਜੇ ਸੋਹਣੀ ਘਾੜਤ ਨਾ ਘੜਦਾ ਨਾ, ਕੰਨਾਂ ਨੂੰ ਮੂੰਹ ਵਾਲੀ ਥਾਂ ਤੇ ਲਾ ਦਿੰਦਾ, ਮੂੰਹ ਨੂੰ ਕੰਨਾਂ ਵਾਲੀ ਥਾਂ ਤੇ ਲਾ ਦਿੰਦਾ, ਕੋਈ ਵੇਖਣ ਨੂੰ ਵੀ ਨਹੀਂ ਤਿਆਰ ਹੋਣਾ ਸੀ ਇਸ ਬੰਦੇ ਦੀ ਸ਼ਕਲ ਨੂੰ। ਸਾਰੇ ਸੰਸਾਰ ਦੀ ਦੇਹ ਤੱਕ ਘਾੜਤ ਵੀ ਉਸੇ ਨੇ ਘੜੀ ਹੈ, ਸ੍ਰੇਸ਼ਟ। ਔਰ ਹਰ ਇੱਕ ਦੇ ਹਿਰਦੇ ਦੀ ਜਾਣਨ ਵਾਲਾ ਵੀ ਹੈ। ਮਨ ਦੀਆਂ ਜੋ ਹਾਲਤਾਂ ਜਾਂ ਮਨ ਦੇ ਸੰਕਲਪ ਹੈ, ਫੁਰਨੇ ਹੈ, ਇਹਨਾਂ ਨੂੰ ਵੀ ਜਾਣਨ ਵਾਲਾ ਹੈ। ਤੋ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਕਿੰਨਾ ਪਰਉਪਕਾਰ ਕੀਤਾ। ਤਨ ਵੀ ਸਾਰਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਮਰਪਿਤ ਕਰਕੇ ਰੱਖਿਆ, ਪੰਥ ਦੀ ਸੇਵਾ ਵਿੱਚ ਲਾ ਦਿੱਤਾ। ਮਨ ਨੂੰ ਅੱਠੇ ਪੈਰ ਨਾਮ ਸਿਮਰਨ ਵਿੱਚ ਜੋੜ ਕੇ ਰੱਖਿਆ, ਮਨ ਦੇ ਵਿੱਚ ਦੂਜਾ ਫੁਰਨਾ ਹੀ ਨਹੀਂ ਆਉਣ ਦਿੱਤਾ। ਇੱਕ ਵਾਰੀ ਭਾਈ ਕਰਮ ਸਿੰਘ ਜੀ ਨੇ ਕਿਹਾ, ਮਹਾਂਪੁਰਖੋ ਸਰੀਰ ਢਿੱਲਾ, ਥਾਂ ਥਾਂ ਤੁਰੇ ਫਿਰਦੇ, ਅੰਮ੍ਰਿਤਸਰ ਸਾਹਿਬ ਦਾ ਬਚਨ ਹੈ। ਮਾਣਾ ਸਿੰਘ ਦੀ ਧਰਮਸ਼ਾਲਾ ਵਿੱਚ ਆਸਣ ਸੀ, ਕਹਿੰਦੇ ਬਗਾਨਿਆਂ ਦੀ ਧਰਮਸ਼ਾਲਾ ਵਿੱਚ ਆਸਣ ਲਾਈ ਬੈਠੇ ਆ। ਕੋਈ ਆਪਣਾ ਡੇਰਾ ਬਣਾਇਆ ਹੁੰਦਾ, ਕੋਈ ਗੱਡੀ ਆਦਿਕ ਰੱਖੀ ਹੁੰਦੀ, ਅੱਜ ਆਪਾਂ ਆਰਾਮ ਦੇ ਦਿਨ ਕੱਟਦੇ ਹੁੰਦੇ। ਮਹਾਂਪੁਰਖ ਵਜਦ ਵਿੱਚ ਆ ਕੇ ਕਹਿਣ ਲੱਗੇ ਭਾਈ ਕਰਮ ਸਿੰਘਾ, ਫਰੀਦਾ ਕੋਠੇ ਮੰਡਪ ਮਾੜੀਆਂ, ਏਤਨਾ ਨਾਏ ਚਿੱਤ, ਮਿੱਟੀ ਪਈ ਅਤੋਲ ਵੀ, ਕੋਏ ਨਾ ਹੋਸੀ ਮਿੱਤ। ਕਿੰਨਾ ਵੈਰਾਗਮਈ ਗੁਰਬਾਣੀ ਦੀ ਪੰਕਤੀ ਨਾਲ ਉਹਨਾਂ ਨੇ ਭਾਈ ਕਰਮ ਸਿੰਘ ਨੂੰ ਧੀਰਜ ਦਿੱਤੀ। ਕਹਿਣ ਲੱਗੇ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਹੈ, ਚਾਹੀਏ ਤਾਂ ਸੋਨੇ ਦੀਆਂ ਕੰਧਾਂ ਖੜੀਆਂ ਕਰਕੇ ਵੀ ਅਸਥਾਨ ਬਣਾ ਦਿੰਦੇ, ਪਰ ਇਹਨਾਂ ਵਿੱਚ ਕੁਝ ਨਹੀਂ ਪਿਆ। ਫਰੀਦਾ ਕੋਠੇ ਮੰਡਪ ਮਾੜੀਆਂ, ਏਤਨਾ ਲਾਏ ਚਿੱਤ, ਮਿੱਟੀ ਪਈ ਅਤੋਲ ਵੀ, ਕੋਏ ਨਾ ਹੋਸੀ ਮਿੱਤ। ਕਹਿੰਦੇ ਜਿਨ੍ਹਾਂ ਨੇ ਕੋਠੇ ਮੰਡਪ ਮਾੜੀਆਂ ਸੋਨੇ ਦੀਆਂ ਲੰਕਾਂ ਬਣਾਈਆਂ ਸੀ, ਅੱਜ ਉਹ ਮਿੱਟੀ ਖਾਕ ਦੀ ਢੇਰੀ ਬਣ ਗਈਆਂ। ਕੋਈ ਉਹਨਾਂ ਦਾ ਮਿੱਤਰ ਨਹੀਂ, ਕੋਈ ਦਾਅਵਾ ਕਰਨ ਵਾਲਾ ਨਹੀਂ ਉਹਨਾਂ ਦੀ ਥਾਂ ਤੇ ਰਹਿ ਗਿਆ। ਇਸ ਕਰਕੇ ਮਹਾਰਾਜ ਦੀ ਸੇਵਾ ਵਿੱਚ ਤੇ ਨਾਮ ਵਿੱਚ ਹੀ ਮਨ ਲਾਈਏ, ਇਹੀ ਦਾਤ ਮੰਗੀਏ। ਇੰਨਾ ਵੈਰਾਗਮਈ ਉਹਨਾਂ ਦਾ ਜੀਵਨ ਸੀ। ਕਿਉਂ ਭਾਈ ਧਨ ਦੀ ਵੀ ਇੱਛਾ ਨਹੀਂ ਕੀਤੀ, ਜੇ ਧਨ ਆਇਆ ਉਹ ਵੀ ਗੁਰੂ ਦੇ ਨਿਮਿਤੀ ਲੇਖੇ ਲਾ ਦਿੱਤਾ, ਔਰ ਮਨ ਵੀ ਗੁਰੂ ਦੇ ਚਰਨਾਂ ਵਿੱਚ ਅਰਪਿਤ ਕੀਤਾ। ਔਰ ਆਪਣੇ ਜੀਵਨ ਦੀ ਨਹੀਂ,
ਨਾਲ ਰਹਿਣ ਵਾਲੇ ਸਿੰਘਾਂ ਦੇ ਜੀਵਨਾਂ ਦੀ ਕੈਸੀ ਘਾੜਤ ਘੜੀ ਕਿ ਉਹ ਸਿੰਘ ਵੀ ਘੜੀਆ ਸ਼ਬਦ ਸੱਚੀ ਟਕਸਾਲ ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਗਏ, ਉਹ ਵੀ ਹੀਰੇ ਬਣਾ ਦਿੱਤੇ ਤਰਾਸ਼ ਤਰਾਸ਼ ਕੇ ਉਹਨਾਂ ਨੇ, ਐਸੀ ਘਾਲਣਾ ਘਾਲੀ। ਸੋ ਐਸੀ ਉਹਨਾਂ ਮਹਾਂਪੁਰਖਾਂ ਦੀ ਕਮਾਈ ਸੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ। ਐ ਬੰਦੇ ਤੇਰਾ ਦੁੱਖ ਕੋਈ ਨਹੀਂ ਸੁਣਨ ਵਾਲਾ ਤੇ ਸੁਖ ਤੈਨੂੰ ਕੋਈ ਵਾਹਿਗੁਰੂ ਤੋਂ ਬਿਨਾਂ ਨਹੀਂ ਦੇਣ ਵਾਲਾ। ਇਸ ਕਰਕੇ ਤੇਰੇ ਦੁੱਖ ਸੁਖ ਦੀ ਫਰਿਆਦ ਸੁਣਨ ਵਾਲਾ ਮੇਰਾ ਵਾਹਿਗੁਰੂ ਹੀ ਹੈ। ਤੋ ਬਿਦ ਨਿੱਕੀ ਖਟਾਨੀ। ਇਹ ਵਾਹਿਗੁਰੂ ਨੂੰ ਆਪਣਾ ਸਮਝ ਕੇ ਸਤਿਗੁਰੂ ਨੂੰ ਤਨ ਮਨ ਧਨ ਸਭ ਦੇ ਦਵੇਂਗਾ ਨਾ, ਤੇ ਆਪਣਾ ਦੁੱਖ ਸੁਖ ਗੁਰੂ ਦੇ ਅੱਗੇ ਰੱਖੇਗਾ ਨਾ, ਤਾਂ ਫੇਰ ਨਿੱਕੀ ਚੰਗੀ ਤੋਂ ਚੰਗੀ ਖੱਟੀ ਲਾਭ ਜਿਹੜਾ ਲਾਹਾ ਹੈ ਉਹ ਤੈਨੂੰ ਸਤਿਗੁਰੂ ਦੇ ਦਰ ਤੋਂ ਪ੍ਰਾਪਤ ਹੋਵੇਗਾ। ਇਹੀ ਵਿਧੀ, ਇਹੀ ਢੰਗ ਤਰੀਕਾ ਹੈ ਕਿ ਸਭ ਕੁਝ ਗੁਰੂ ਨੂੰ ਸਮਰਪਿਤ ਕਰ ਦੇ। ਜੇ ਜੀਵਨ ਵਿੱਚ ਕੋਈ ਚੰਗੀ ਖੱਟੀ ਖੱਟਣੀਆਂ ਲਾਭ ਲੈਣਾ ਹੈ। ਜੀਅ ਕੀ ਇੱਕ ਹੀ ਪਹਿਮਾਨੀ। ਜੀਵ ਦੀ ਇੱਕ ਅਰਦਾਸ ਕੀਤੀ ਹੋਈ ਵਾਹਿਗੁਰੂ ਦੇ ਦਰ ਤੇ ਮੰਨੀ ਅਤੇ ਸੁਣੀ ਜਾਂਦੀ ਹੈ। ਅਬਰ ਯਤਨ ਕਰ ਰਹੇ ਬਹੁ ਤੇਰੇ। ਹੋਰ ਜਿੰਨੇ ਬਹੁਤੇ ਯਤਨ ਕਰ ਲਵੇ, ਸਾਧਨ ਕਰ ਲਵੇ, ਉਹਨਾਂ ਸਾਧਨਾਂ ਦਾ ਮਾਣ ਮਨ ਵਿੱਚ ਪੈਦਾ ਹੋ ਜਾਂਦਾ। ਜਦੋਂ ਮਾਣ ਆ ਗਿਆ, ਹੰਕਾਰ ਆ ਗਿਆ, ਫਿਰ ਅਰਦਾਸ ਨਹੀਂ ਸੁਣੀ ਜਾਂਦੀ। ਅਰਦਾਸ ਮਾਣ ਛੱਡ ਕੇ, ਤਾਣ ਛੱਡ ਕੇ, ਜਿੰਨਾ ਚਿਰ ਬੰਦਾ ਉਗਤੀਆਂ ਜੁਗਤੀਆਂ ਦੇ ਜਾਲ ਬੁਣਦਾ, ਮੈਂ ਐ ਕਰ ਲਾਂਗਾ, ਉਹ ਕਰ ਲਾਂਗਾ, ਗੱਲ ਨਹੀਂ ਬਣਦੀ। ਜਦੋਂ ਸਭ ਕੁਝ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਸਾਰੇ ਯਤਨਾਂ ਨੂੰ ਤਿਆਗ ਕੇ, ਤਾਂ ਭਾਈ ਫਿਰ ਵਾਹਿਗੁਰੂ ਅਰਦਾਸ ਸੁਣ ਕੇ ਪੂਰੀ ਕਰਦਾ ਹੈ। ਇਉਂ ਅਬਰ ਹੋਰ ਯਤਨ ਕੀਤੇ ਹੋਏ ਬਹੁਤੇ ਸਾਧਨ ਆਦਿਕ ਉਹ ਪ੍ਰਵਾਨ ਨਹੀਂ ਹੁੰਦੇ ਹਨ ਜੇ ਹਉਮੈ ਦੇ ਸਹਿਤ ਹਨ। ਤਿਨ ਤਿਲ ਨਹੀਂ ਕੀਮਤ ਜਾਨੀ। ਹਉਮੈ ਦੇ ਸਹਿਤ ਕੀਤੇ ਹੋਏ ਸਾਧਨ ਸੰਜਮ, ਉਹਨਾਂ ਦੀ ਤਿਲ ਜਿੰਨੀ ਕੀਮਤ ਵੀ ਨਹੀਂ ਵਾਹਿਗੁਰੂ ਜਾਣਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਆ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਮਿਰਤੂ ਦੇ ਭੈ ਤੋਂ ਰਹਿਤ ਕਰਨ ਵਾਲਾ ਜੋ ਰਸ ਰੂਪ ਹੈ, ਨਿਰਮੋਲਕ ਹੈ। ਵਾਹਿਗੁਰੂ ਦਾ ਨਾਮ ਹੀਰਿਆਂ ਨਾਲੋਂ ਵੀ। ਗੁਰ ਦੀਨੋ ਮੰਤਾਨੀ। ਸਤਿਗੁਰਾਂ ਨੇ ਉਹ ਨਾਮ ਮੰਤਰ ਰੂਪ ਵਿੱਚ, ਵਾਹਿਗੁਰੂ ਮੰਤਰ ਰੂਪ ਵਿੱਚ, ਮੂਲ ਮੰਤਰ ਰੂਪ ਵਿੱਚ ਸਾਨੂੰ ਦਸਾਂ ਪਾਤਸ਼ਾਹੀਆਂ ਨੇ ਬਖਸ਼ਿਸ਼ ਕੀਤਾ ਹੈ। ਭਾਈ ਡਿੱਗਾ ਨਾ ਡੋਲੇ ਦ੍ਰਿੜ ਕਰ ਰਹੇ ਹੋ। ਜਿਨ੍ਹਾਂ ਨੇ ਉਸ ਮੰਤਾਨੀ ਮੰਤਰ ਦਾ ਅਭਿਆਸ ਕੀਤਾ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰ ਲਿਆ, ਅਭਿਆਸ ਕਰ ਲਿਆ, ਸਿਮਰਨ ਕਰ ਲਿਆ, ਉਹ ਡਿੱਗਦੇ ਨਹੀਂ ਨਰਕਾਂ ਦੇ ਵਿੱਚ ਜਾ ਕੇ, ਤੇ ਉਹਨਾਂ ਦਾ ਮਨ ਵੀ ਸੰਸਾਰ ਦੇ ਪਦਾਰਥਾਂ ਵਿੱਚ, ਵਿਕਾਰਾਂ ਵਿੱਚ ਡੋਲਦਾ ਨਹੀਂ ਹੈ, ਔਰ ਐਨ ਅਚਲ ਹੋ ਜਾਂਦਾ ਹੈ, ਪ੍ਰਪੱਕ ਹੋ ਜਾਂਦਾ ਹੈ, ਡੋਲਣ ਤੋਂ ਰਹਿਤ। ਪੂਰਨ ਹੋਏ ਤ੍ਰਿਪਤਾਨੀ। ਪੂਰੀ ਤ੍ਰਿਪਤੀ, ਪੂਰਾ ਰਾਜ ਉਹਨਾਂ ਨੂੰ ਆ ਜਾਂਦਾ ਹੈ। ਓਏ ਜੋ ਬੀਚ ਹਮ ਤੁਮ ਕਛ ਹੋਤੇ। ਉਹ ਜਿਹੜੀ ਵਿੱਚ ਅੰਦਰ ਹਮ ਅਤੇ ਤੁਮ, ਇਹ ਦਵੈਤ ਹੈ ਸਾਧ ਸੰਗਤ ਜੀ। ਹਮ ਆਪਣੀ ਹੰਗਤਾ, ਤੁਮ ਦੂਜਿਆਂ ਦਾ, ਸੰਬੰਧੀਆਂ ਦਾ ਮੋਹ ਕਹਿ ਲੋ, ਜਾਂ ਇਉਂ ਕਹਿ ਲੋ ਮੈਂ ਤੇ ਮੇਰਾ ਔਰ ਤੇਰਾ। ਮੇਰ ਤੇ ਦੋਹੂ ਬਵਰਜਤ, ਮੇਰ ਅਤੇ ਤੇਰ ਵਾਲੀ ਜਿਹੜੀ ਹਾਲਤ ਸੀ, ਹੰਗਤਾ ਔਰ ਮਮਤਾ ਵਾਲਾ ਜਿਹੜਾ ਭਾਵ ਸੀ ਮਨ ਵਿੱਚੋਂ, ਤਿਨ ਕੀ ਬਾਤ ਬਿਲਾਨੀ। ਇਹਨਾਂ ਦੀ ਗੱਲ, ਇਹਨਾਂ ਦੀ ਵਿਚਾਰ, ਇਹਨਾਂ ਦਾ ਫੁਰਨਾ ਮਨ ਦੇ ਵਿੱਚੋਂ ਸਤਿਗੁਰਾਂ ਨੇ ਬੁਲਾ ਦਿੱਤਾ, ਚਲਿਆ ਗਿਆ, ਦੂਰ ਹੋ ਗਿਆ। ਅਲੰਕਾਰ ਮਿਲ ਥੈਲੀ ਹੋਈ ਹੈ। ਹੰਗਤਾ ਮਮਤਾ ਜਦੋਂ ਦਵੈਤ ਮਿਟ ਜਾਂਦੀ ਹੈ ਨਾ, ਫਿਰ ਕੀ ਅਵਸਥਾ ਹੁੰਦੀ ਹੈ? ਜਿਵੇਂ ਅਲੰਕਾਰ ਗਹਿਣਿਆਂ ਨੂੰ ਢਾਲ ਕੇ ਕੋਠਾਲੀ ਦੇ ਵਿੱਚ ਉਹਦੀ ਇੱਕ ਡਲੀ ਸੁਨਿਆਰਾ ਬਣਾ ਦਿੰਦਾ, ਇੱਕ ਥਾਂ ਤੇ ਕਰ ਦਿੰਦਾ ਹੈ। ਤਾ ਤੇ ਕਨਕ ਬਖਾਨੀ। ਤੇ ਉਹਦਾ ਨਾਮ ਕੀ ਪੈ ਜਾਂਦਾ? ਉਹਨੂੰ ਕਹਿੰਦੇ ਸੋਨਾ ਹੈ। ਸੋਨਾ ਕਹਿ ਕੇ ਸਾਰੇ ਕਥਨ ਕਰਦੇ ਆ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ। ਜਿਹੜਾ ਨਾਨਾ ਪੁਣਾ ਸੀ, ਜੀਵ ਪੁਣਾ ਸੀ, ਦਵੈਤ ਕਰਕੇ ਉਹ ਸਾਰਾ ਮਿਟ ਗਿਆ, ਔਰ ਫਿਰ ਪਿੱਛੇ ਜੀਵ ਕੀ ਸ਼ੁੱਧ ਵਾਹਿਗੁਰੂ ਪਰਮੇਸ਼ਰ ਦਾ ਰੂਪ ਰਹਿ ਗਿਆ। ਜੀਵ ਪੁਣੇ ਦੀ, ਹੰਕਾਰ ਪੁਣੇ ਦੀ, ਹਉਮੈ ਪੁਣੇ ਦੀ ਜਿਹੜੀ ਅੰਸ਼ ਸੀ ਉਹ ਵੱਖਰੀ ਹੋ ਗਈ, ਤੇ ਜੀਵ ਤਤ ਸਰੂਪ ਵਾਹਿਗੁਰੂ ਦਾ ਰੂਪ ਬਣ ਗਿਆ, ਸ਼ੁੱਧ ਸੋਨੇ ਦੀ ਤਰ੍ਹਾਂ
ਐਸੀ ਉਹਦੇ ਉੱਤੇ ਕਿਰਪਾ ਹੋਈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਉਹਨਾਂ ਦੀ ਸੋਭਾ ਸੁਖਾਂ ਦੇ ਸਹਿਤ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦੀ ਹੈ। ਔਰ ਉਹਨਾਂ ਨੂੰ ਪ੍ਰਗਟਿਓ ਜੋਤ ਪ੍ਰਤੱਖ ਵਾਹਿਗੁਰੂ ਦੀ ਜੋ ਜੋਤ ਸਰੂਪ ਹੈ, ਸੋਤੇ ਸਿੱਧੀ ਸੁਖ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਜਿਨ੍ਹਾਂ ਨੂੰ ਫਿਰ ਇਹ ਪ੍ਰਾਪਤੀ ਹੋ ਜਾਂਦੀ ਹੈ, ਸਾਰੇ ਸੰਸਾਰ ਵਿੱਚ ਉਹ ਪ੍ਰਗਟ ਪ੍ਰਤੱਖ ਪ੍ਰਸਿੱਧ ਰੂਪ ਵਿੱਚ ਪੂਜੇ ਜਾਂਦੇ ਆ। ਬਾਜੇ ਅਨਹਤ ਬਾਨੀ, ਇਉਂ ਕਹਿ ਲੋ ਕਿ ਵਾਹਿਗੁਰੂ ਦੀ ਸੋਭਾ ਸੁਖ ਸਰੂਪ ਪਰਮੇਸ਼ਰ ਦੀ ਸੋਭਾ ਜਦੋਂ ਜਸ ਕੀਤਾ, ਨਾਮ ਜਪਿਆ, ਅੰਦਰ ਸਹਿਜ ਪੈਦਾ ਹੋਇਆ, ਸ਼ਾਂਤੀ ਪੈਦਾ ਹੋਈ। ਸ਼ਾਂਤੀ ਦੇ ਨਾਲ ਫਿਰ ਉਹ ਜੋਤੀ ਸਰੂਪ ਵਾਹਿਗੁਰੂ ਪ੍ਰਤੱਖ ਹੋ ਗਿਆ ਤੇ ਅੰਦਰ ਫਿਰ ਹੱਦ ਤੋਂ ਰਹਿਤ ਨਾਮ ਦਾ ਪ੍ਰਵਾਹ, ਬਾਣੀ ਦਾ ਪ੍ਰਵਾਹ ਇੱਕ ਰਸ ਚੱਲ ਪਿਆ। ਕਹੋ ਨਾਨਕ ਨਿਹਚਲ ਘਰ ਬਾਧਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਆ ਸਮਾਪਤੀ ਤੇ, ਕਹਿੰਦੇ ਉਹ ਅਚਲ ਘਰ ਉਹਨਾਂ ਦਾ ਵੱਜ ਗਿਆ, ਅਵਸਥਾ ਆਤਮਿਕ ਅਵਸਥਾ ਦਾ। ਅੱਠੇ ਪੈਰ ਵਾਹਿਗੁਰੂ ਵਿੱਚ ਜੁੜ ਗਏ, ਅਚਲ ਘਰ ਸਤਿਗੁਰੂ ਦੇ ਚਰਨਾਂ ਵਿੱਚ ਉਹਨਾਂ ਨੂੰ ਥਾਂ ਪ੍ਰਾਪਤ ਹੋ ਗਈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਗੁਰ ਕੀਓ ਬੰਧਾਨੀ, ਸੋ ਘਰ ਗੁਰੂ ਨਾਨਕ ਕੋ ਦੀਆ। ਐਸਾ ਘਰ ਸਤਿਗੁਰੂ ਨੇ ਉਹਨਾਂ ਨੂੰ ਦੇ ਦਿੱਤਾ, ਸ਼ੁਭ ਗੁਣਾਂ ਦਾ ਘਰ ਬੰਨ ਦਿੱਤਾ, ਭਗਤੀ ਰੂਪ ਘਰ ਬੰਨ ਦਿੱਤਾ ਉਹਨਾਂ ਦਾ, ਆਪਣੇ ਸਰੂਪ ਦੀ ਅਭੇਦਤਾ ਰੂਪ ਘਰ ਉਹਨਾਂ ਦਾ ਬੰਨ ਦਿੱਤਾ, ਬਣਾ ਦਿੱਤਾ। ਐਸੀ ਕਿਰਪਾ ਸਤਿਗੁਰੂ ਜੀ ਨੇ ਕਿਰਪਾ ਕੀਤੀ। ਜਿਹੜੇ ਬੰਧਨ ਸਨ ਉਹ ਸਾਰੇ ਉਹਨਾਂ ਦੇ ਕੱਟ ਦਿੱਤੇ, ਜਿਹੜੇ ਬੰਧਨ ਪਏ ਹੋਏ ਸਨ ਉਹ ਕੱਟ ਦਿੱਤੇ। ਉਹ ਚੱਲ ਘਰ ਬੰਨ ਦਿੱਤਾ ਮੇਰੇ ਸਤਿਗੁਰੂ ਜੀ ਨੇ। ਤੈ ਹਰਖ ਨਾ ਸੋਗ ਨਾ, ਐਸੀ ਜਿਹੜੀ ਉਹ ਅਵਸਥਾ ਹੈ ਉਹਨਾਂ ਨੂੰ ਪ੍ਰਾਪਤ ਹੋਈ ਹੈ। ਸੋ ਸਾਧ ਸੰਗਤ ਜੀ, ਸਮਾਂ ਨਹੀਂ ਹੁਣ ਅੱਗੇ ਜਾਣ ਦੀ ਆਗਿਆ ਦਿੰਦਾ, ਕਿਉਂਕਿ ਗਰਮੀ ਦਾ ਵੀ ਬਹੁਤ ਸਮਾਂ ਹੈ। ਦੂਸਰਾ, ਵੱਡੇ ਮਹਾਂਪੁਰਖਾਂ ਦੇ ਵਿਦਿਆਰਥੀ ਸਨਮਾਨਯੋਗ ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ ਪਹੁੰਚੇ ਹੋਏ ਆ, ਉਹਨਾਂ ਨੇ ਵੀ ਤੁਹਾਡੇ ਦਰਸ਼ਨ ਕਰਨੇ ਆ। ਵੱਡੇ ਮਹਾਂਪੁਰਸ਼ਾਂ ਤੋਂ ਲੈ ਕੇ ਜਥੇ ਵਿੱਚ ਸੇਵਾ ਕਰ ਰਹੇ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਚਾਰੇ ਮਹਾਂਪੁਰਖਾਂ ਦੀ ਸੰਗਤ ਕੀਤੀ। ਸਤਿਕਾਰਯੋਗ ਰਾਗੀ ਰਾਮ ਸਿੰਘ ਜੀ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ, ਜਿਨ੍ਹਾਂ ਨੂੰ ਇਹ ਮਾਣ ਹੈ ਕਿ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਤੋਂ ਜਥੇ ਵਿੱਚ ਆਏ ਔਰ ਅੱਜ 5 ਪੀੜ੍ਹੀਆਂ ਤੱਕ ਜਥੇ ਨਾਲ ਉਸੇ ਤਰ੍ਹਾਂ ਜੁੜ ਕੇ ਸੇਵਾ ਕਰ ਰਹੇ ਹੈ। ਭਾਈ ਸਾਹਿਬ ਭਾਈ ਅਜੈਬ ਸਿੰਘ ਜੀ 82 ਮੈਂਬਰ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਉਚੇਚੇ ਤੌਰ ਤੇ ਪਹੁੰਚੇ ਹੈ। ਬਾਕੀ ਵੀ ਸ਼ਖਸੀਅਤਾਂ ਸਾਰੀਆਂ ਪਹੁੰਚੀਆਂ ਹਨ। ਮੈਂ ਲੰਮੇ ਸਮੇਂ ਵਿੱਚ ਨਾ ਪਵਾਂ। ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ ਸਾਰਿਆਂ ਦੇ ਨਾਮਾਂ ਦੀ ਹਾਜ਼ਰੀ ਲਵਾਉਣਗੇ ਔਰ ਆਏ ਮਹਾਂਪੁਰਖਾਂ ਦੀ ਹਾਜ਼ਰੀ ਲਵਾਉਣਗੇ। ਫਿਰ ਦੇਗ ਵਰਤੇਗੀ। ਭਾਈ ਥੋੜਾ ਸਮਾਂ ਹੋਰ ਬੈਠਣ ਦੀ ਖੇਚਲਾ ਕਰੋ ਤੇ ਉਸ ਤੋਂ ਉਪਰੰਤ ਗੁਰੂ ਕਾ ਲੰਗਰ ਸਾਰੀਆਂ ਸੰਗਤਾਂ ਨੇ ਛਕ ਕੇ ਫਿਰ ਘਰਾਂ ਨੂੰ ਜਾਣਾ। ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਆਪ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਉ ਨਾਨਕ ਨਿਹਚਲ ਘਰ ਬਾਧਿਓ, ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ